ਸਦਾ ਮਿਹਰਬਾਨਾ ਸਭਨਾ ਦੇ ਆਧਾਰੀ। ਨਾਨਕ ਦਾਸ ਸੰਤ ਪਾਸ਼ੈ ਪਰਿਓ ਰਾਖ ਲਿਓ ਇਹ ਬਾਰੀ। ਵਾਹਿਗੁਰੂ ਜੀ। ਸ਼ਲੋਕ। ਦੁਖ ਬਿਨਸੇ ਸਹਸਾ ਗਇਓ ਸ਼ਰਨਾ ਗਹੀ ਹਰਿ ਰਾਏ। ਧੰਨ ਧੰਨ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸ਼ਬਦ ਸਰੂਪ ਮਹਾਰਾਜ ਜੀ ਦੀ ਪਾਵਨ ਚਰਨ ਸ਼ਰਨ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਾਵਨ ਅਸਥਾਨ 'ਤੇ ਜੁੜ ਬੈਠੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਬਾਣੀ ਦਾ ਇਹ ਸ਼ਬਦ ਸ਼ਲੋਕ ਤੇ ਪੌੜੀ ਜੋ ਥਿਤੀ ਗੌੜੀ ਬਾਣੀ ਦੇ ਇਹ ਅਖੀਰਲਾ ਸ਼ਲੋਕ ਹੈ। ਆਪ ਜੀ ਨੇ ਸਤਿਕਾਰਯੋਗ ਭਾਈ ਸਾਹਿਬ ਜੀ ਕੋਲੋਂ ਸਰਵਣ ਕੀਤਾ ਹੈ। ਪਾਵਨ ਪਵਿੱਤਰ ਬਾਣੀ ਦੇ ਵਿੱਚ ਮਹਾਰਾਜ ਜੀ ਨੇ ਜਿੱਥੇ ਦੇਸੀ ਤਰੀਕਾਂ ਰਾਹੀਂ ਮਨੁੱਖਤਾ ਨੂੰ ਸਿੱਖਿਆ ਦਿੱਤੀ ਹੈ ਕਿ 15 ਹੀ ਥਿੱਤਾਂ ਦੇ ਵਿੱਚ ਕੀ ਕਰਨਾ ਚਾਹੀਦਾ ਜੀਵ ਨੂੰ, ਗੁਰੂ ਗਰੀਬ ਨਿਵਾਜ ਮਹਾਰਾਜ ਨੇ ਸਾਧ ਸੰਗਤ ਹਰੇਕ ਤਰੀਕੇ ਦੇ ਨਾਲ ਕੋਸ਼ਿਸ਼ ਕੀਤੀ ਹੈ ਕਿ ਮਨੁੱਖ ਕਿਸੇ ਨਾ ਕਿਸੇ ਤਰੀਕੇ ਸਮਝ ਕੇ ਤੇ ਆਪਣੇ ਜੀਵਨ ਨੂੰ ਸਫਲਾ ਕਰ ਲਏ। ਕਦੇ ਮਹਾਰਾਜ ਰੁੱਤਾਂ ਦੀਆਂ ਉਦਾਹਰਨਾਂ ਦਿੰਦੇ ਨੇ 12 ਮਾਹ ਦੇ ਵਿੱਚ, ਜਿਵੇਂ ਇੱਥੇ ਹੁਣ ਦੇਸੀ ਤਰੀਕਾਂ ਜਿਹੜੀਆਂ ਨੇ ਚੰਦਰਮਾ ਦੇ ਹਿਸਾਬ ਨਾਲ ਚੱਲਦੀਆਂ ਉਹਨਾਂ ਦੀਆਂ ਉਦਾਹਰਨਾਂ ਦਿੱਤੀਆਂ। ਕਦੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ 12 ਤੇ ਸੋਮ ਮੰਗਲ ਬੁੱਧ ਉਹਨਾਂ ਦੇ ਨਾਂ 'ਤੇ ਬਾਣੀ ਰੱਖ ਕੇ ਫਿਰ ਵੀ ਸਿੱਖਿਆ ਦਿੰਦੇ ਨੇ। ਵੱਖ ਵੱਖ ਤਰ੍ਹਾਂ ਦੀਆਂ ਉਦਾਹਰਨਾਂ, ਚਾਹੇ ਉਹ ਪੰਛੀਆਂ ਦੇ ਰਾਹੀਂ ਜਾਂ ਹੋਰ ਜੀਵਾਂ ਦੇ ਰਾਹੀਂ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਤੇ ਮੱਛੀਆਂ ਦੀ ਪ੍ਰੀਤੀ ਦੀ ਵੱਖ ਵੱਖ ਤਰ੍ਹਾਂ ਦੀ ਗੱਲ ਕਰਦੇ ਕਿ ਮਨੁੱਖੀ ਮਨ ਕਿਸੇ ਨਾ ਕਿਸੇ ਤਰੀਕੇ ਰੱਬ ਦੇ ਚਰਨਾਂ ਦੇ ਵਿੱਚ ਜੁੜ ਜਾਵੇ। ਇੱਥੇ ਮਹਾਰਾਜ ਨੇ ਜੋ ਥਿੱਤੀ ਹੈ, ਤਿੱਥਾਂ ਦੇਸੀ ਤਰੀਕਾਂ ਜੋ ਏਕਮ ਤੋਂ ਸ਼ੁਰੂ ਹੁੰਦੀਆਂ ਉਹਨਾਂ ਰਾਹੀਂ ਜਿੱਥੇ ਗਰੀਬ ਨਿਵਾਜ 15 ਸ਼ਲੋਕ ਪੌੜੀਆਂ ਵਿੱਚ ਸਿੱਖਿਆ ਦਿੱਤੀ, ਅਖੀਰਲਾ ਜੋ ਇਹ ਸ਼ਬਦ ਹੈ ਇਸ ਬਾਣੀ ਦਾ ਇਹਦੇ ਵਿੱਚ ਬਖਸ਼ਿਸ਼ ਕਰਦੇ ਨੇ। ਸ਼ਲੋਕ। ਦੁਖ ਬਿਨਸੇ ਸਹਸਾ ਗਇਓ ਸ਼ਰਨ ਗਹੀ ਹਰਿ ਰਾਏ। ਸਹਿਸੇ ਦਾ ਅਰਥ ਹੁੰਦਾ ਹੈ ਸਹਿਮ ਪਿਆ ਹੋਣਾ, ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਡਰ ਬੈਠਾ ਹੋਣਾ ਵੀ ਹਾਏ ਪਤਾ ਨਹੀਂ ਕੀ ਵਾਪਰ ਜਾਣਾ। ਤੇ ਸਾਧ ਸੰਗਤ ਇਹ ਲਗਭਗ ਸਾਡੇ ਸਾਰਿਆਂ ਦੀ ਇਹ ਅਵਸਥਾ ਹੈ। ਕਿਸੇ ਵਿਰਲੇ ਇੱਕ ਅੱਧੇ ਮਹਾਂਪੁਰਸ਼ ਗੁਰਮੁਖ ਪਿਆਰੇ ਗੁਰਸਿੱਖ ਦੇ ਅੰਦਰ ਇਹ ਗੱਲ ਹੁੰਦੀ ਏ ਕਿ ਜੋ ਰੱਬ ਕਰੇਗਾ ਚੰਗਾ ਹੀ ਕਰੇਗਾ, ਕੋਈ ਗੱਲ ਨਹੀਂ, ਕੋਈ ਪਰਵਾਹ ਨਹੀਂ। ਜੋ ਹੋਆ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਨੈ। ਬਹੁਤ ਘੱਟ, ਕੋਈ ਹਜ਼ਾਰਾਂ ਲੱਖਾਂ ਦੇ ਵਿੱਚੋਂ ਇੱਕ ਅੱਧਾ, ਨਹੀਂ ਤੇ ਬਹੁਤਾਤ ਜਿਹੜੀ ਏ ਮੈਂ ਹਾਂ, ਚਾਹੇ ਉਹਦੇ ਵਿੱਚ ਚਾਹੇ ਆਪ ਜੀ ਵਿੱਚੋਂ ਵੀ ਕੁਝ ਹੋਣਗੇ। ਦਿਨੇ ਰਾਤ ਸਾਨੂੰ ਇਹ ਸਹਿਮ ਪਿਆ ਰਹਿੰਦਾ ਵੀ ਪਤਾ ਨਹੀਂ ਅਗਲੀ ਘੜੀ ਜਾਂ ਭਲਕੇ ਕੀ ਹੋ ਜਾਣਾ, ਸਾਡੇ ਪਰਿਵਾਰ ਵਿੱਚ ਕੀ ਵਾਪਰ ਜਾਣਾ ਹੈ, ਜਾਂ ਸਾਡੇ ਕਿਸੇ ਸਾਕ ਸੰਬੰਧੀ 'ਚ ਕੀ ਵਾਪਰ ਜਾਣਾ ਹੈ, ਜਾਂ ਮੇਰੀ ਸਿਹਤ ਨਾਲ ਪਤਾ ਨਹੀਂ ਕੀ ਹੋ ਜਾਣਾ ਹੈ। ਤੇ ਬੰਦੇ ਦੇ ਅੰਦਰ ਇਹ ਡਰ ਤੌਖਲਾ ਸਹਿਮ ਬੈਠਾ ਰਹਿੰਦਾ ਹੈ। ਹਮੇਸ਼ਾ ਹੀ ਉਹ ਸਹਿਮ ਜਿਹੜਾ ਹੈ ਸਤਾਉਂਦਾ ਰਹਿੰਦਾ ਹੈ। ਜਦੋਂ ਉਹ ਸਹਿਮ ਰਹਿੰਦਾ ਹੈ ਤੇ ਫਿਰ ਬੰਦੇ ਨੂੰ ਰੱਬੀ ਰਜਾ 'ਤੇ ਯਕੀਨ ਨਹੀਂ ਰਹਿੰਦਾ। ਇਹਦੇ ਅੰਦਰ ਉਹ ਗੱਲ ਨਹੀਂ ਟਿਕੀ ਰਹਿੰਦੀ ਕਿ ਚਲੋ ਕੋਈ ਗੱਲ ਨਹੀਂ, ਜੋ ਰੱਬ ਕਰੇਗਾ ਚੰਗਾ ਹੀ ਕਰੇਗਾ। ਜਦੋਂ ਉਹ ਰੱਬ ਦੀ ਰਜਾ ਵਾਲੀ ਨਾ ਗੱਲ ਨਹੀਂ ਰਹਿੰਦੀ ਕਿ ਜੋ ਕਰੇਗਾ ਚੰਗਾ ਹੀ ਕਰੇਗਾ, ਅੰਦਰ ਸਹਿਮ ਬੈਠਦਾ ਤੇ ਉਹ ਸਹਿਮ ਦੇ ਨਾਲ ਅੰਦਰਲਾ ਮਨੀਨ ਹੋ ਜਾਂਦਾ। ਪ੍ਰਭੂ ਦੇ ਉੱਪਰ ਯਕੀਨ ਨਹੀਂ ਰਹਿੰਦਾ। ਜਿਸ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਨ ਕਰਦੇ ਸਹਿਸੈ ਜੀਓ ਮਲੀਨ ਹੈ ਕਿਤ ਸੰਜਮ ਧੋਤਾ ਜਾਏ। ਤੇ ਜਿਹੜੇ ਸ਼ਬਦ 'ਤੇ ਵਿਸ਼ਵਾਸ ਕਰਦੇ ਨੇ ਉਹਨਾਂ ਦਾ ਇਹ ਸਹਿਮ ਚਲਿਆ ਜਾਂਦਾ। ਸਤਿਗੁਰੂ ਮਾਰੀ ਕਹਿੰਦੇ ਹੁਣ ਦੁੱਖ ਮੁਕਾਉਣ ਵਾਸਤੇ, ਸਹਿੰਸਾ ਮੁਕਾਉਣ ਵਾਸਤੇ ਕੀ ਕੀਤਾ ਜਾਵੇ? ਹਰੀ ਪ੍ਰਮਾਤਮਾ ਵਾਹਿਗੁਰੂ ਦੀ ਸ਼ਰਨ ਫੜੀ ਜਾਵੇ। ਗਹੀ ਦਾ ਅਰਥ ਹੈ ਪਕੜਨੀ। ਜਿਨ੍ਹਾਂ ਜਿਨ੍ਹਾਂ ਨੇ ਵਾਹਿਗੁਰੂ ਪਰਮਾਤਮਾ ਦੀ ਸ਼ਰਨ ਫੜੀ,
ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਗਏ, ਸ਼ਰਨ ਗਹੀ ਹਰ ਰਾਏ, ਉਹਨਾਂ ਦੇ ਦੁੱਖ ਵੀ ਚਲੇ ਗਏ ਤੇ ਉਹਨਾਂ ਦੇ ਅੰਦਰ ਸਹਿੰਸਾ ਵੀ ਨਹੀਂ ਰਿਹਾ। ਇਹ ਜਿਹੜਾ ਇੱਥੇ ਦੁੱਖ ਸ਼ਬਦ ਹੈ ਇਹ ਬਹੁਵਚਨ ਪਲੂਰਲ ਹੈ। ਤੇ ਜ਼ਿੰਦਗੀ ਦੇ ਵਿੱਚ ਸਾਧ ਸੰਗਤ ਲਗਭਗ ਮੇਰਾ ਖਿਆਲ ਆ ਵੀ 7 ਅਰਬ ਤੇ 40 ਕਰੋੜ ਦੀ ਆਬਾਦੀ ਅਪਰੋਕਸੀਮੇਟਲੀ ਸੰਸਾਰ ਦੀ ਹੈ। ਤੇ ਵਿਰਲੇ ਜਾਂ ਨਹੀਂ ਹੋਣਗੇ, ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ, ਜਿਹੜੇ ਇਹ ਆਖਦੇ ਨੇ ਰੱਬਾ ਦੁੱਖ ਵੀ ਤੇਰਾ ਦਿੱਤਾ ਹੈ ਤੇ ਸੁੱਖ ਵੀ ਤੇਰਾ ਦਿੱਤਾ ਹੈ। ਨਹੀਂ ਤੇ ਹਰੇਕ ਬੰਦਾ ਕਰੋੜਾਂ ਦੇ ਵਿੱਚੋਂ ਇਸੇ ਕੋਸ਼ਿਸ਼ ਵਿੱਚ ਲੱਗਾ ਪਿਆ, ਉਹਦੇ ਵਿੱਚ ਮੈਂ ਵੀ ਆਉਣਾ ਕਿ ਮਹਾਰਾਜ ਸੁੱਖ ਹੀ ਮਿਲ ਜੇ, ਸੁੱਖ ਹੀ ਮਿਲ ਜੇ, ਸੁੱਖ ਹੀ ਮਿਲ ਜੇ, ਸੁੱਖ ਹੀ ਮਿਲ ਜਾਵੇ, ਦੁੱਖ ਨਾ ਨੇੜੇ ਆਵੇ। ਹੁਣ ਰੱਬ ਨੇ ਬਣਾਏ ਦੋਵੇਂ ਹੀ ਨੇ। ਤੇ ਦਰਅਸਲ ਸਾਧ ਸੰਗਤ ਇਹ ਨਾ ਇੱਕ ਮਾਨਸਿਕਤਾ ਹੈ, ਇਹ ਅਧਿਆਤਮਕ ਲੈਵਲ ਹੈ ਜਿੱਥੇ ਜਾ ਕੇ ਦੁੱਖ ਨਹੀਂ ਰਹਿੰਦਾ ਤੇ ਸੁੱਖ ਹੀ ਰਹਿ ਜਾਂਦਾ। ਜਿਹੜੇ ਪ੍ਰਭੂ ਦੀ ਸ਼ਰਨ ਫੜਦੇ ਪੜ੍ਹੇ ਲਿਖੇ ਲੋਕ ਨਾ ਉਹ ਬੜੇ ਟੈਕਨੀਕਲ ਸਵਾਲ ਕਰਦੇ ਆ। ਮੈਨੂੰ ਕੈਨੇਡਾ ਦੀ ਧਰਤੀ ਤੇ ਇੱਕ ਜੱਜ ਸਾਹਿਬ ਨੇ ਪੁੱਛਿਆ, ਸਰਦਾਰ ਮਨਜੀਤ ਸਿੰਘ ਜੀ ਕਹਿੰਦੇ ਬਈ ਇਹ ਦੱਸੋ, ਤੁਸੀਂ ਆਂਦੇ ਅਸੀਂ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਤੇ ਬਾਣੀ ਪੜ੍ਹਾਂਗੇ, ਰੱਬ ਦੇ ਚਰਨੀ ਜਾਵਾਂਗੇ ਤੇ ਸੁੱਖ ਹੀ ਸੁੱਖ ਨਿਕਲਣੇ ਆ। ਤੇ ਜਿਹੜੇ ਬਾਣੀ ਨੂੰ ਉਚਾਰਨ ਵਾਲੇ ਸੀ ਉਹ ਤੇ ਆਪ ਤਤੀਆਂ ਤਵੀਆਂ ਤੇ ਬੈਠ ਗਏ ਤੇ ਉੱਥੇ ਸੁੱਖ ਸੀਗਾ। ਜਿਹੜੇ ਸਭ ਕੁਝ ਕਰਨ ਦੀ ਖਾਤਰ ਜਿਸ ਜਗ੍ਹਾ ਤੇ ਅਸੀਂ ਬੈਠੇ ਆ ਉਹਨਾਂ ਆਪਣਾ ਸੀਸ ਦੇ ਦਿੱਤਾ, ਵਾਰ ਦਿੱਤਾ, ਤੇ ਸਾਡੇ ਲਈ ਤੇ ਬੜੇ ਵੱਡੇ ਦੁੱਖ ਦੀ ਗੱਲ ਹੁੰਦੀ, ਪਰ ਉਹਨਾਂ ਲਈ ਨਹੀਂ ਸੀ। ਜਿਹੜੇ ਦੇਗਾਂ ਵਿੱਚ ਹੀ ਉਬਾਲੇ ਗਏ, ਹੁਣ ਸਾਡੇ ਹੱਥ ਤੇ ਥੋੜ੍ਹਾ ਜਿਹਾ ਗਰਮ ਪਾਣੀ ਪੈ ਜੇ ਤੇ ਆਪਾਂ ਸਹਾਰ ਸਕਦੇ, ਸਾਨੂੰ ਉਹ ਵੀ ਦੁੱਖ ਲੱਗਦਾ। ਥੋੜ੍ਹਾ ਜਿਹਾ ਸਿਰ ਪੀੜ ਹੋ ਜੇ ਉਹ ਵੀ ਦੁੱਖ ਲੱਗਦਾ ਹੈ। ਹੱਥ ਦੇ ਵਿੱਚੋਂ ਬਹੁਤੇ ਪੈਸੇ ਤੇ ਕੀ ਕਿਤੇ 10 50 100 ਗਵਾਚ ਜਾਣ ਤੇ ਬੰਦੇ ਨੂੰ ਉਹ ਵੀ ਦੁੱਖ ਲੱਗਦਾ ਹੈ। ਉਹ ਮੈਂ ਕਿਹਾ ਜੀ ਸਵਾਲ ਤੁਹਾਡਾ ਬੜਾ ਤਕੜਾ। ਕਹਿੰਦਾ ਤੁਸੀਂ ਆਖੀ ਜਾਂਦੇ ਸੁੱਖ ਸੁੱਖ, ਬਾਣੀ ਪੜ੍ਹੋ, ਨਾਮ ਲਓ, ਪਰਮਾਤਮਾ ਦੇ ਚਰਨਾਂ 'ਚ ਜਾਓ, ਸੁੱਖ ਮਿਲੇਗਾ, ਸੁੱਖ ਮਿਲੇਗਾ। ਪਰ ਇੰਨੇ ਪੜ੍ਹਨ ਵਾਲੇ ਬਾਣੀ ਵੱਡੇ ਵੱਡੇ ਗੁਰਸਿੱਖ ਹੋਏ, ਉਹਨਾਂ ਕਿੱਡੇ ਕਿੱਡੇ ਦੁੱਖ ਝੱਲੇ। ਬੰਦਾ ਕੁਦਰਤੀ ਸੋਚਦਾ ਹੈ ਵੀ ਵਾਕਿਆ ਹੀ ਅਸੀਂ ਤੇ ਆਖੀ ਜਾਂਦੇ ਦੁੱਖ ਮੁੱਕ ਜਾਣਾ, ਦੁੱਖ ਮੁੱਕ ਜਾਣਾ ਹੈ, ਸੁੱਖ ਆਏਗਾ ਤੇ ਕੀ ਕੀਤਾ ਜਾਵੇ। ਮੈਂ ਇੱਕ ਬੇਨਤੀ ਕੀਤੀ, ਇਹ ਅਧਿਆਤਮਕ ਲੈਵਲ ਹੈ, ਅੰਦਰਲੀ ਸਟੇਜ ਇਹ ਬੰਦੇ ਦੀ ਦੁੱਖ ਤੇ ਸੁੱਖ ਨੂੰ ਸਮਝਣ ਦੀ। ਇੱਕ ਛੋਟੀ ਜਿਹੀ ਮੈਂ ਇੱਥੇ ਬੇਨਤੀ ਲੱਗਾ ਕਰਨ, ਉਹ ਗੱਲ ਸਾਡੇ ਪਕੜ 'ਚ ਨਾ ਜਲਦੀ ਆ ਜਾਂਦੀ। ਭਾਈ ਵੀਰ ਸਿੰਘ ਜੀ ਪਦਮ ਭੂਸ਼ਣ ਸਾਡੇ ਪੰਥ ਦੇ ਬਹੁਤ ਵੱਡੇ ਵਿਦਵਾਨ ਹੋਏ। ਉਹਨਾਂ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਤਿਹਾਸ ਲਿਖਿਆ ਨਾ, ਕਲਗੀਧਰ ਚਮਤਕਾਰ ਉਹਦਾ ਨਾਮ ਰੱਖਿਆ, ਉਹਦੇ ਵਿੱਚ ਉਹਨਾਂ ਨੇ ਇੱਕ ਵਾਰਤਾ ਲਿਖੀ, ਦੁੱਖ ਬਿਨਸੇ ਸਹਿੰਸਾ ਗਇਓ। ਇਹ ਆਪਣਾ ਸ਼ੁਰੂ ਵਾਲੀ ਪੰਕਤੀ ਹੈ। ਉਹ ਕਹਿਣ ਲੱਗੇ ਵੀ ਦੁੱਖ ਤੇ ਸੁੱਖ ਦੀ ਲੜਾਈ ਹੋ ਗਈ, ਦੁੱਖ ਤੇ ਸੁੱਖ ਦੀ ਲੜਾਈ ਹੋ ਗਈ। ਤੇ ਸੁੱਖ ਪਤਾ ਕੀ ਕਹਿੰਦਾ, ਦੁੱਖ ਨੂੰ ਕਹਿਣ ਲੱਗਾ ਵੀ ਤੇਰੀ ਕੀ ਲੋੜ ਹੀ, ਤੂੰ ਦੁਨੀਆ ਤੇ ਕਦ ਲਈ ਆਇਆ, ਤੈਨੂੰ ਤੇ ਲੋਕ ਚਾਹੁੰਦੇ ਹੀ ਨਹੀਂ, ਤੇਰਾ ਤੇ ਨਾਮ ਹੀ ਸੁਣ ਕੇ ਕੋਈ ਖੁਸ਼ ਨਹੀਂ ਹੁੰਦਾ। ਕਦੀ ਕਿਸੇ ਨੇ ਮੰਗਿਆ ਮੈਨੂੰ ਦੁੱਖ ਆਵੇ। ਆ ਪਿੱਛੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਬਚਨ ਤੁਹਾਡੇ ਸਾਹਮਣੇ ਲਿਖੇ, ਕਈਆਂ ਨੂੰ ਯਾਦ ਵੀ ਹੋਣਗੇ, ਯਤਨ ਬਹੁਤ ਸੁੱਖ ਕੇ ਕੀਏ, ਦੁੱਖ ਕੋ ਕੀਓ ਨਾ ਕੋਏ। ਕਿਹੜਾ ਹੈ ਬਾਂਹ ਖੜੀ ਕਰਕੇ ਆਖੇ ਕਿ ਮੈਂ ਆਨਾ ਮੇਰੇ ਵੱਲ ਦੁੱਖ ਆ ਜਾਣ। ਦਿਨੇ ਰਾਤ ਸੁੱਖ ਹੀ ਸੁੱਖ, ਸੁੱਖ ਹੀ ਸੁੱਖ ਮੰਗੀ ਜਾਂਦਾ ਬੰਦਾ। ਤੇ ਦੁੱਖ ਕਹਿਣ ਲੱਗਾ ਸੁੱਖ, ਗੱਲ ਸੁਣ ਸੁੱਖ ਭਰਾ, ਪਹਿਲੋਂ ਸੋਚ ਥੋੜ੍ਹਾ ਜਿਹਾ ਫੇਰ ਸਵਾਲ ਕਰੀ ਮੈਨੂੰ। ਤੇ ਜਿਹੜਾ ਸੁੱਖ ਵਾਲਾ ਪਾਸਾ ਸੀ ਉਹ ਫੇਰ ਬੋਲਦਾ, ਉਹ ਕਹਿੰਦਾ ਨਹੀਂ ਮੈਂ ਸੋਚ ਲਿਆ ਵੀ ਤੇਰੀ ਤੇ ਲੋੜ ਹੀ ਹੈ ਨਹੀਂ ਦੁਨੀਆ ਤੇ, ਤੇਰੇ ਆਉਣ ਦਾ ਨਹੀਂ ਕੋਈ ਫਾਇਦਾ। ਸਾਰੀ ਦੁਨੀਆ ਨੂੰ ਤੂੰ ਵਕਤ ਪਾਇਆ, ਦਿਨੇ ਰਾਤ ਲੋਕ ਵਿਲਕੀ ਜਾਂਦੇ ਆ, ਕੋਈ ਹਸਪਤਾਲਾਂ 'ਚ ਪਿਆ ਹੈ, ਕੋਈ ਵਿਚਾਰਾ ਗਰੀਬੀ ਖੁਣੋ, ਕੋਈ ਮਹਿੰਗਾਈ ਖੁਣੋ, ਕੋਈ ਦਲਿੱਦਰ ਖੁਣੋ, ਕੋਈ ਕਿਸੇ ਕੋਲੋਂ। ਜਿਹੜੇ ਵਿਚਾਰੇ ਨਾਸਤਕ ਆ ਉਹ ਨਿਰੰਕਾਰ ਤੋਂ ਦੁਖੀ ਆ ਵੀ ਰੱਬ ਹੀ ਹੈ ਨਹੀਂ ਆ। ਕਈ ਮੇਰੇ ਵਰਗੇ ਆਸਤਕ ਆ ਕੋਈ ਸਰਕਾਰ ਤੋਂ ਦੁਖੀ ਆ ਵੀ ਇਹ ਕੀ ਹੋਈ ਜਾਂਦਾ। ਚਾਰ ਚਫੇਰਿਓਂ ਹੀ ਬੰਦੇ ਨੂੰ ਦੁੱਖ ਦੁੱਖ ਲੱਗਦਾ ਹੈ। ਤੇ ਸੁੱਖ ਨੇ ਫੇਰ ਆਖਿਆ ਤੇਰੀ ਨਹੀਂ ਸੀ ਲੋੜ। ਤੇ ਤੀਜੀ ਵਾਰ ਦੁੱਖ ਬੋਲਿਆ, ਕਹਿਣ ਲੱਗਾ ਗੱਲ ਸੁਣ, ਬਹੁਤਾ ਨਾ ਟੱਪੀ ਜਾ, ਇੱਕ ਵਾਰ ਸੋਚ ਲਾ ਫਿਰ, ਤੇ ਫਿਰ ਮੈਨੂੰ ਅਗਲੀ ਗੱਲ ਆਖੀ ਕਿ ਦੁੱਖ ਦੀ ਲੋੜ ਹੈ ਜਾਂ ਨਹੀਂ। ਤੇ ਭਾਈ ਵੀਰ ਸਿੰਘ ਜੀ ਨੇ ਬਹੁਤ ਸੋਹਣਾ ਲਿਖਿਆ,
ਕਹਿਣ ਲੱਗੇ ਜਦੋਂ ਸੁੱਖ ਵਾਲਾ ਪਾਸਾ ਨਾ ਟਲਿਆ, ਕਹਿੰਦਾ ਵੀ ਮੈਂ ਤੇ ਬਿਲਕੁਲ ਇਸ ਗੱਲ ਨਾਲ ਸਹਿਮਤ ਹਾਂ ਕਿ ਦੁੱਖ ਦੀ ਜ਼ਰੂਰਤ ਹੀ ਨਹੀਂ ਦੁਨੀਆ ਤੇ। ਕਿਤੇ ਭੋਰਾ ਜਿੰਨਾ ਦੁੱਖ ਵੀ ਨਹੀਂ ਚਾਹੀਦਾ, ਇਹਦਾ ਨਾਮ ਹੀ ਨਹੀਂ ਚਾਹੀਦਾ, ਵਰਲਡ ਤੇ ਇਹਦਾ ਨਾਮੋ ਨਿਸ਼ਾਨ ਹੋਣਾ ਹੀ ਨਹੀਂ ਚਾਹੀਦਾ। ਤੇ ਕਈ ਵਾਰ ਜਿਹੜਾ ਧੀਰਜ ਵਾਲਾ ਸਿਆਣਾ ਬੰਦਾ ਹੁੰਦਾ ਨਾ, ਉਹ ਹੌਲੀ ਜੀ ਜਵਾਬ ਦਿੰਦਾ, ਤੇ ਮੇਰੇ ਵਰਗਾ ਜਿਹੜਾ ਹੁਸ਼ਾ ਹੁੰਦਾ ਉਹ ਕਾਹਲਾ ਪੈ ਕੇ ਉੱਚੀ ਉੱਚੀ ਗੱਲਾਂ ਕਰੀ ਜਾਂਦਾ। ਦੁੱਖ ਸਹਿਜੇ ਜੇ ਆਖਣ ਲੱਗਾ, ਸੁੱਖ ਨੂੰ ਵੀ ਹੈ ਤੇ ਮੇਰਾ ਤੂੰ ਭਰਾ ਹੈ, ਪਰ ਗੱਲ ਇਹ ਹੀ, ਜੇ ਮੈਂ ਨਾ ਹੁੰਦਾ ਤੇ ਤੂੰ ਨਹੀਂ ਜੰਮਣਾ, ਮੈਂ ਤੇਰਾ ਮੋਢਿਆਂ, ਮੈਂ ਤੇਰਾ ਮੋਢਿਆਂ, ਤੇਰਾ ਜਨਮਦਾਤਾ ਹਾਂ, ਜੇ ਮੈਂ ਨਾ ਹੁੰਦਾ ਤੇ ਤੂੰ ਨਹੀਂ ਹੋਣਾ। ਤੇ ਸੁੱਖ ਕਹਿਣ ਲੱਗਾ ਵੀ ਉਹ ਕਿਵੇਂ, ਸਿੱਧ ਕਰੋ। ਕਿਸੇ ਮਾਂ ਦੇ ਘਰ ਬੱਚਾ ਨਾ ਹੋਵੇ, ਉਹਨਾਂ ਦੋਵਾਂ ਜੀਆਂ ਨੂੰ ਪੁੱਛ ਕੇ ਵੇਖਿਓ, ਜਾਂ ਖਾਸ ਕਰ ਇਸਤਰੀ ਨੂੰ, ਉਹ ਕੋਈ ਭੈਣ ਜੀ ਦੇ ਘਰ ਔਲਾਦ ਨਹੀਂ, ਉਹਨੂੰ ਪੁੱਛ ਕੇ ਵੇਖਿਓ ਬਈ ਕਿੰਨੇ ਸੱਸ ਸਹੁਰਿਆਂ ਦੇ ਸਮਾਜ ਦੇ ਤਾਹਨੇ ਸਹਿਣੇ ਪੈਂਦੇ ਆ। ਚਲੋ ਸੱਸ ਸਹੁਰੇ ਸਿਆਣੇ ਹੋਣ, ਭੈਣ ਭਰਾ ਨਨਾਣ ਭਰਜਾਈਆਂ ਆਖਣ ਚਲੋ ਕੋਈ ਨਹੀਂ, ਰੱਬ ਦੀ ਰਜ਼ਾ ਏ, ਤੈਨੂੰ ਨਹੀਂ ਰੱਬ ਨੇ ਦਾਤ ਦਿੱਤੀ ਕੋਈ ਗੱਲ ਨਹੀਂ। ਜੇ ਇਹ ਨਾ ਸਹਿਣੇ ਪੈਣ ਸਮਾਜ ਦੇ ਤਾਹਨੇ ਮਿਹਣੇ, ਤੇ ਅੰਦਰਲਾ ਵੱਢ ਵੱਢ ਖਾਈ ਜਾਂਦਾ, ਵੱਢ ਵੱਢ ਖਾਈ ਜਾਂਦਾ, ਮੇਰੇ ਔਲਾਦ ਹੈ ਨਹੀਂ, ਮੈਂ ਦੁਨੀਆ ਤੋਂ ਇੰਝ ਹੀ ਚਲੀ ਜਾਣਾ। ਤੇ ਜਦੋਂ ਰੱਬ ਦਿੰਦਾ ਹੈ ਧੀ ਪੁੱਤਰ ਦੀ ਦਾਤ, ਤੇ 9 ਮਹੀਨੇ ਉਹਨੂੰ ਪੇਟ ਦੇ ਵਿੱਚ ਰੱਖ ਕੇ ਮਾਂ ਪਾਲਦੀ ਏ, ਤੇ ਜਦੋਂ ਬੱਚੇ ਦਾ ਜਨਮ ਹੁੰਦਾ ਨਾ, ਮਾਂ ਤੇ ਬੱਚੇ ਦੀ ਜ਼ਿੰਦਗੀ ਦਾਅ 'ਤੇ ਲੱਗੀ ਹੁੰਦੀ, ਪਤਾ ਨਹੀਂ ਬਚਣਾ ਕਿ ਨਹੀਂ ਬਚਣਾ। ਆਪ ਜੀ ਸਿਆਣੇ ਗ੍ਰਸਤੀ, ਉਹ ਸਾਰਿਆਂ ਨੂੰ ਪਤਾ, ਜ਼ਿੰਦਗੀ ਦਾਅ 'ਤੇ ਲੱਗੀ ਹੁੰਦੀ, ਪਤਾ ਨਹੀਂ ਬਚਣਾ ਕਿ ਨਹੀਂ ਬਚਣਾ। ਇੰਨੇ ਦੁੱਖ ਸਹਿ ਕੇ, ਤੇ ਜਿਹੜੀ ਉਹ ਬੱਚੇ ਦੇ ਜਨਮ ਸਮੇਂ ਦੀ ਪੀੜਾ ਹੈ ਨਾ, ਚਲੋ ਮੈਨੂੰ ਨਹੀਂ ਪਤਾ ਉਹਨੂੰ ਕਾਹਦੇ ਨਾਲ ਮੇਜਰ ਕਰਦੇ ਆ। ਮੈਂ ਇੱਕ ਵਾਰ ਕਿਤੇ ਨੈੱਟ 'ਤੇ ਦੇਖਿਆ ਸੀ ਵੀ ਬੰਦੇ ਦੀਆਂ 50 ਹੱਡੀਆਂ ਟੁੱਟ ਜਾਣ ਨਾ, ਉਹਦੇ ਤੋਂ ਵੱਧ ਪੀੜਾ ਉਸ ਸਮੇਂ ਹੁੰਦੀ ਜਦੋਂ ਬੱਚੇ ਨੂੰ ਮਾਂ ਜਨਮ ਦਿੰਦੀ। ਅਸੀਂ ਉਹਦਾ ਅੰਦਾਜ਼ਾ ਨਹੀਂ ਲਾ ਸਕਦੇ, ਕਿੱਡੀ ਪੀੜ ਆ, ਕਿੱਡਾ ਵੱਡਾ ਦੁੱਖ ਆ। ਏਡਾ ਵੱਡਾ ਦੁੱਖ ਸਹਾਰ ਕੇ ਮਾਂ ਪੁੱਤ ਨੂੰ ਜਨਮ ਦਿੰਦੀ ਆ, ਤੇ ਕਹਿੰਦੀ ਇਹ ਪੁੱਤ ਸੁੱਖ ਰੂਪ ਹੈ, ਕਹਿੰਦੀ ਇਹ ਪੁੱਤ ਸੁੱਖ ਰੂਪ ਹੈ। ਤੇ ਦੁੱਖ ਆਖਣ ਲੱਗਾ ਗੱਲ ਸੁਣ, ਜੇ ਕਿਤੇ ਪੁੱਤ ਨਾ ਜੰਮੇ ਤੇ ਉਹ ਮਾਂ ਨੂੰ ਹੀ ਪਤਾ ਹੁੰਦਾ ਸਾਰੀ ਉਮਰ ਕਿੱਡਾ ਵੱਡਾ ਦੁੱਖ ਏ, ਤੇ ਜਨਮ ਜਦੋਂ ਦਿੰਦੀ ਏ ਉਦੋਂ ਵੀ ਦੁੱਖ ਸਹਾਰਦੀ ਏ, ਤੇ ਫਿਰ ਦੱਸ ਮੈਂ ਤੇਰਾ ਜਨਮਦਾਤਾ ਕਿ ਨਹੀਂ? ਦੁੱਖ ਦੇ ਵਿੱਚੋਂ ਸੁੱਖ ਨਿਕਲਦਾ ਹੈ ਕਿ ਨਹੀਂ? ਉਹ ਚੁੱਪ ਕਰ ਗਿਆ। ਚਲੋ ਸਤਿਗੁਰੂ ਮਹਾਰਾਜ ਨੇ ਬਾਣੀ 'ਚ ਆਖਿਆ ਹੈ ਦੁੱਖ ਦਾਰੂ ਸੁਖ ਰੋਗ ਭਇਆ, ਉਹ ਕਿਤੇ ਨਾ ਕਿਤੇ ਗੱਲ ਉਹ ਆਪ ਜੀ ਪੜ੍ਹੇ ਲਿਖੇ ਜਦੋਂ ਸਮਝੀਏ ਤੇ ਫਿਰ ਪਤਾ ਲੱਗਦੀ ਹੈ ਵੀ ਕਿਵੇਂ ਦੁੱਖ ਦਾਰੂ ਆ। ਹੁਣ ਮਾਂ ਦਾ ਉਂਤਰਾਪਨ ਚਲਿਆ ਜਾਂਦਾ ਹੈ ਤੇ ਦੁੱਖ ਦਾਰੂ ਬਣ ਜਾਂਦਾ ਹੈ। ਉਹਨੇ ਪੀੜਾ ਸਹਾਰੀ, ਦੁੱਖ ਝੱਲੇ 9 ਮਹੀਨੇ, ਬੱਚੇ ਨੂੰ ਦੁੱਖ ਸਹਾਰ ਕੇ ਪਾਲਿਆ, ਤੇ ਔਲਾਦ ਵਾਲੀ ਸੌਂਤਰੀ ਬਣੀ, ਤੇ ਪੁੱਤ ਨੇ ਸੁੱਖ ਦਿੱਤੇ। ਇਸ ਲਈ ਤੇ ਦੂਜਾ, ਤੇ ਭਾਈ ਵੀਰ ਸਿੰਘ ਜੀ ਲਿਖਦੇ, ਕਹਿੰਦੇ ਇਹ ਨਾ ਸਾਡੇ ਇੱਕ ਦਿਮਾਗੀ ਜਿਹੜਾ ਲੈਵਲ ਹੈ, ਇਹ ਇੱਕ ਮੈਂਟੈਲਿਟੀ ਕਹਿ ਲਓ, ਮਾਨਸਿਕਤਾ ਹੈ ਕਿ ਜਦੋਂ ਬੰਦਾ ਦੁੱਖ ਵਿੱਚ ਹਸਪਤਾਲ ਪਿਆ ਏ ਤੇ ਘੜੀ ਉਹੋ ਹੀ ਏ, ਦੁੱਖ ਤੇ ਸੁੱਖ ਦਾ ਵੇਖੋ ਲੈਵਲ, ਘੜੀ ਉਹੋ ਹੀ ਏ। ਪਰ ਜਦੋਂ ਬੰਦਾ ਬੈੱਡ ਵਿੱਚ ਪਿਆ ਹਸਪਤਾਲ ਮੰਜੇ ਤੇ, ਉਹ ਇੱਕ ਇੱਕ ਮਿੰਟ ਇੱਕ ਇੱਕ ਦਿਨ ਵਰਗਾ ਲੱਗਦਾ ਏ। ਤੇ ਜਦੋਂ ਕਿਤੇ ਵਿਆਹਾਂ ਦੇ ਵਿੱਚ ਨੱਚਦਾ ਟੱਪਦਾ ਨਾ, ਜੇਬ 'ਚ 4 ਪੈਸੇ ਹੁੰਦੇ, ਖੁਸ਼ੀਆਂ ਹੁੰਦੀਆਂ, ਤੇ ਉਦੋਂ ਜਿਹੜਾ ਹੈ ਉਹ ਦਿਨ ਪਤਾ ਨਹੀਂ ਕਦੋਂ ਲੰਘ ਜਾ। ਦੁੱਖ 'ਚ ਪਿਆ ਹਸਪਤਾਲ 1 ਮਿੰਟ 1 ਦਿਨ ਵਰਗਾ ਹੋ ਜਾਂਦਾ ਏ, ਤੇ ਜਦੋਂ ਖੁਸ਼ੀ 'ਚ ਹੁੰਦਾ ਏ ਉਹ 1 ਦਿਨ 1 ਮਿੰਟ ਵਾਂਗੂ ਲੱਗ ਜਾਂਦਾ ਏ। ਤੇ ਘੜੀ ਤੇ ਉਹੀ ਆ ਨਾ, ਇਹ ਤਾਂ ਨਹੀਂ ਆ ਵੀ ਵਿਆਹ 'ਚ ਗਏ ਆ ਤੇ ਘੜੀ ਦੀ ਸਪੀਡ ਵੱਧ ਗਈ ਆ, ਜਾਂ ਹਸਪਤਾਲ ਗਏ ਤੇ ਘੜੀ ਦੀ ਸਪੀਡ ਘਟ ਗਈ ਆ। ਸਿਰਫ ਦੁੱਖ ਤੇ ਸੁੱਖ ਜਦੋਂ ਦਿਮਾਗੀ ਤੌਰ ਤੇ ਬੰਦਾ ਸੋਚਦਾ ਏ ਤੇ ਉਧਰ ਨੂੰ ਕਹਾਣੀ ਚਲੇ ਜਾਂਦੀ। ਤੇ ਇਹ ਵੀ ਅਵਸਥਾ ਹੁੰਦੀ ਆ ਦੁੱਖ ਵਿੱਚ ਸੁੱਖ ਮਨਾਈ। ਉਹ ਜਿਨ੍ਹਾਂ ਦੀ ਆਪਾਂ ਗੱਲ ਕੀਤੀ ਨਾ, ਵੱਡੇ ਵੱਡੇ ਜਿਨ੍ਹਾਂ ਨੇ ਹਰੇਕ ਦੁੱਖ ਨੂੰ ਵੀ ਸੁੱਖ ਹੀ ਮੰਨਿਆ, ਇਹ ਨਹੀਂ ਉਹਨਾਂ ਆਖਿਆ ਮਹਾਰਾਜ ਚੱਲਿਆ ਜਾਵੇ। ਬੜੇ ਬੜੇ ਦੁੱਖ ਆਏ ਉਹਨਾਂ ਤੇ, ਬਹੁਤ ਵੱਡੇ ਵੱਡੇ ਸੀਹੇ ਝੱਲਣੇ ਪਏ ਸਿੱਖਾਂ ਨੂੰ। ਸ਼ਰਨ ਤੇ ਉਹਨਾਂ ਵੀ ਫੜੀ ਸੀ ਗੁਰੂ ਦੀ, ਪਰ ਉਹਨਾਂ ਦੇ ਅੰਦਰਲੇ ਤੱਕ ਜਿਹੜਾ ਹੈ ਨਾ, ਮਨ ਤੱਕ, ਹਿਰਦੇ ਤੱਕ ਇਹ ਦੁੱਖ ਨਹੀਂ ਪਹੁੰਚਿਆ। ਉਹਨਾਂ ਦੇ ਸਾਰੇ ਤੌਖਲੇ ਸਹਿਮ ਮਿਟ ਗਏ। ਉਹਨੇ ਕਿਹਾ ਕੋਈ ਗੱਲ ਨਹੀਂ, ਜਿਉ ਹੁੰਦਾ ਹੋ ਜਾਵੇ।
ਇਹ ਹੈ ਚੀਜ਼। ਦੁੱਖ ਉਹਨਾਂ ਨੂੰ ਵੀ ਸੀਗਾ, ਇੱਕ ਦੁੱਖ ਸਾਨੂੰ ਹੈ ਤੇ ਅਸੀਂ ਵਿਲਕਦੇ ਹਾਂ। ਹਾਂ ਉਹ ਠੀਕ ਹੈ, ਜਿੱਥੇ ਉੱਚੇ ਲੈਵਲ ਵਾਲਾ ਬੰਦਾ ਹੈ ਨਾ, ਉਹ ਇਹ ਵੀ ਗੱਲ ਆਖਦਾ ਹੈ, ਪਹਿਲਾਂ ਮਹਾਰਾਜ ਨੂੰ ਲਿਖਿਆ, ਸੁਖ ਬਾਦ 'ਚ ਲਿਖਿਆ, ਕੇਤਿਆਂ ਦੁੱਖ ਭੂਖ ਸਦ ਮਾਰ। ਹੁਣ ਰੱਬ ਦੀਆਂ ਦਾਤਾਂ ਹੈ ਤੇ ਰੱਬ ਨੂੰ ਕਿਹੜਾ ਆਖੇ ਬਈ ਸੁੱਖ ਨੂੰ ਤੇ ਦਾਤ ਮੰਨਿਆ, ਹੋਰ ਮੰਨਿਆ। ਮਹਾਰਾਜ ਆ ਦੁੱਖ ਵੀ ਦਾਤ ਆ, ਦੁੱਖ ਵੀ ਦਾਤ ਆ, ਪਰ ਉਹਨੇ ਦਿੱਤੀ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇੱਕ ਬਚਨ ਹੈ, ਨਾਨਕ ਬੋਲਣ ਝਖਣਾ ਦੁੱਖ ਛੱਡ ਮੰਗੀਐ ਸੁੱਖ। ਫਾਲਤੂ ਮਾਰੇ ਕਹਿੰਦੇ ਕਹਿਣਾ ਵੀ ਦੁੱਖ ਛੱਡ ਕੇ ਤੇ ਸੁੱਖ ਹੀ ਮੰਗੀ ਜਾਣਾ, ਇਹਨਾਂ ਦੁੱਖਾਂ ਨੇ ਦਾਰੂ ਬਣਨਾ ਤੇਰੇ ਲਈ। ਪਰ ਇਹਨਾਂ ਨੂੰ ਮੁਕਾਉਣ ਦਾ ਤਰੀਕਾ ਸਾਨੂੰ ਗੁਰੂ ਨੇ ਦੱਸਿਆ, ਦੁੱਖ ਨੂੰ ਦਾਰੂ ਬਣਾਉਣਾ ਕਿਵੇਂ ਹੈ। ਨਾਨਕ ਬੋਲਣ ਝਖਣਾ ਦੁੱਖ ਛੱਡ ਮੰਗੀਐ ਸੁੱਖ, ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਸਰਦੀਆਂ ਵਾਲੇ ਕੱਪੜੇ ਸਾਡੇ ਅਲੱਗ ਹੁੰਦੇ ਆ, ਗਰਮੀਆਂ ਵਾਲੇ ਅਲੱਗ ਹੁੰਦੇ ਆ, ਦੋਵਾਂ ਤੋਂ ਬਿਨਾਂ ਸਰਦਾ ਨਹੀਂ। ਇਸੇ ਤਰ੍ਹਾਂ ਦੁੱਖ ਤੇ ਸੁੱਖ ਜ਼ਿੰਦਗੀ 'ਚ ਹੰਢਾਉਣ ਲਈ ਰੱਬ ਨੇ ਦਿੱਤੇ ਨੇ। ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ। ਰੱਬ ਅੱਗੇ ਕੁਝ ਕਿਹਾ ਨਹੀਂ ਜਾ ਸਕਦਾ, ਉਹਦੀ ਰਜਾ 'ਚ ਤੁਰਿਆ ਜਾਵੇ। ਹਾਂ ਮਾਰੇ ਕਹਿੰਦੇ ਜੇ ਦੁੱਖ ਮੁਕਾਉਣਾ ਇਹਨਾਂ ਤਾਂ ਪਤਾ ਕੀ ਕਰ, ਸਾਰਾ ਸੰਸਾਰ ਦੁੱਖਾਂ ਦੇ ਵਿੱਚ ਵਿਲਕ ਰਿਹਾ ਹੈ। ਕੋਈ ਇਹੋ ਜਿਹਾ ਬੰਦਾ ਨਹੀਂ ਜਿਹੜਾ ਬਾਂਹ ਖੜੀ ਕਰਕੇ ਆਖੇ ਮੈਨੂੰ ਦੁੱਖ ਨਹੀਂ। ਹਾਂ ਉਹ ਅਲੱਗ ਗੱਲ ਹੈ, ਬ੍ਰਹਮ ਗਿਆਨ ਦੀ ਅਵਸਥਾ ਨਾ, ਜਿੱਥੇ ਮੈਂ ਬੇਨਤੀ ਕੀਤੀ, ਜਿਹੜਾ ਬੰਦਾ ਇਹ ਕਹਿ ਦਿੰਦਾ ਹੈ ਦੁੱਖ ਨਾ ਹੀ ਸਭ ਸੁੱਖ ਹੀ ਹੈ ਰੇ, ਇੱਕ ਹੈ ਕੀ ਨੇਤੇ, ਉਹ ਕਹਿੰਦਾ ਦੁੱਖ ਤੇ ਕਿਤੇ ਹੈ ਹੀ ਨਹੀਂ, ਹੈ ਹੀ ਸੁੱਖ ਹੀ ਸੁੱਖ ਆ ਚਾਰ ਚਫੇਰੇ, ਬੁਰਾ ਨਾ ਹੀ ਸਭ ਭਲਾ ਹੀ ਹੈ ਰੇ। ਉਹ ਕਹਿੰਦਾ ਕਿੱਥੇ ਆ ਬਰਿਆਈ? ਸਾਨੂੰ ਦਿਖਦੀ ਆ ਵੀ ਬਰਿਆਈ ਵੀ ਆ ਤੇ ਦੁੱਖ ਵੀ ਆ। ਗੁਰੂ ਸਾਹਿਬ ਦਾ ਇੱਕ ਬਚਨ ਹੈ ਬਾਣੀ ਵਿੱਚ, ਮਾਰੇ ਕਹਿੰਦੇ ਦੁੱਖ ਵਿੱਚ ਜੰਮਣ ਦੁੱਖ ਮਰਨ ਦੁੱਖ ਵਰਤਣ ਸੰਸਾਰ। ਦੁਨੀਆ 'ਚ ਦੁੱਖਾਂ 'ਚ ਦੁਨੀਆ ਜੰਮਦੀ ਏ, ਦੁੱਖਾਂ 'ਚ ਮਰਦੀ ਏ, ਸੰਸਾਰ 'ਚ ਦੁੱਖ ਵਰਤਦਾ ਹੈ। ਦੁੱਖ ਦੁੱਖ ਅੱਗੇ ਆਖੀਏ ਪੜ ਪੜ ਕਰੇ ਪੁਕਾਰ। ਬੜੇ ਵਿਲਕਦੇ ਨੇ ਲੋਕ, ਪੜ ਪੜ ਕੇ ਵੀ ਤੇ ਆਖੀ ਜਾਂਦੇ ਜ਼ਿੰਦਗੀ ਤੇ ਦੁੱਖ ਰੂਪ ਹੀ ਆ ਸਾਰੀ। ਬੜੇ ਕੋਸ਼ਿਸ਼ ਬੰਦਾ ਕਰਦਾ ਏ, ਨਹੀਂ ਸੁੱਖ ਮਿਲਦਾ। ਦੁੱਖ ਕੀਆਂ ਪੰਡਾਂ ਖੁੱਲੀਆਂ ਸੁੱਖ ਨਾ ਨਿਕਲਿਓ ਕੋਏ, ਕਿਤੇ ਵੀ ਨਹੀਂ ਆ। ਤੇ ਫਿਰ ਹੁੰਦਾ ਕੀ ਹੈ? ਮਾਰੇ ਕਹਿੰਦੇ ਇਉਂ ਕਰ, ਨਾਨਕ ਸਿਫਤੀ ਰਤਿਆ ਮਨ ਤਨ ਹਰਿਆ ਹੋਏ। ਤੇਰਾ ਮਨ ਖਿੜ ਜਾਏਗਾ, ਖੁਸ਼ੀ ਆ ਜਾਏਗੀ, ਰੱਬ ਦੀ ਸਿਫਤ ਸਲਾਹ ਕਰ। ਦੁੱਖ ਕੀਆਂ ਅੱਗੀ ਮਾਰੀਏ, ਅੱਗੀ ਦਾ ਅਰਥ ਇੱਥੇ ਅੱਗ। ਦੁੱਖ ਦੀ ਅੱਗ ਜਿਹੜੀ ਹੈ ਇਹ ਦੁਨੀਆ ਨੂੰ ਸਾੜੀ ਜਾਂਦੀ ਸਾੜੀ ਜਾਂਦੀ। ਦੁੱਖ ਕੀਆਂ ਅੱਗੀ ਮਾਰੀਏ ਭੀ ਦੁੱਖ ਦਾਰੂ ਹੋਏ। ਪਰ ਮਾਰੀ ਕਹਿੰਦੇ ਇਹੋ ਦੁੱਖ ਫਿਰ ਦਾਰੂ ਬਣ ਜਾਂਦਾ ਹੈ। ਵੇਖੋ ਸਵੇਰੇ ਸਾਧ ਸੰਗਤ ਮੈਂ ਉੱਠਾਂ ਤੇ ਉੱਠ ਕੇ ਖਾਵਾਂ 2-4 ਪਰੌਂਠੇ ਜਾਂ ਭਾਰੀ ਬ੍ਰੇਕਫਾਸਟ ਨਾਸ਼ਤਾ ਕਰ ਲਵਾਂ, ਮਗਰੋਂ ਪੀਵਾਂ ਦੁੱਧ, ਤਾਕਤ ਵਾਲੀਆਂ ਚੀਜ਼ਾਂ ਖਾ ਕੇ ਤੇ ਫਿਰ ਜਾਵਾਂ ਸੌਂ, ਤੇ ਸਾਰਾ ਦਿਨ ਕੰਮ ਕੋਈ ਨਾ ਕਰਾਂ, ਘਰਾੜੇ ਮਾਰਦਾ ਰਵਾਂ। ਦੁਪਹਿਰੇ ਫੇਰ ਉੱਠ ਕੇ ਖਾ ਲਾਂ, ਰਾਤ ਨੂੰ ਫੇਰ ਖਾ ਕੇ ਸੌਂ ਜਾਵਾਂ, ਤੇ ਫਿਰ ਬਿਮਾਰੀਆਂ ਹੀ ਲੱਗਣੀਆਂ। ਤੇ ਜਦੋਂ ਸਰੀਰ ਨੂੰ ਪਵੇ ਹਿਲਾਉਣਾ, ਰੋਟੀ ਪਾਣੀ ਖੁਰਾਕ ਖਾ ਕੇ ਦੌੜਨਾ ਪਵੇ, ਕਸਰਤ ਕਰਨੀ ਪਵੇ, ਤੇ ਫਿਰ ਦੁੱਖ ਤੇ ਲੱਗਦਾ ਨਾ ਬੰਦੇ ਨੂੰ, ਵੀ ਖੇਚਲ ਕਰਨੀ ਪੈਂਦੀ, ਪਸੀਨਾ ਨਿਕਲਦਾ, ਤੁਰਨਾ ਪੈਂਦਾ, ਸਰੀਰ ਨੂੰ ਥਕਾਵਟ ਹੁੰਦੀ। ਪਰ ਉਹ ਜਿਹੜੀ ਥਕਾਵਟ, ਉਹ ਜਿਹੜਾ ਦੁੱਖ ਹੈ ਨਾ, ਉਹ ਬੰਦੇ ਦੇ ਸਰੀਰ ਨੂੰ ਸਹੀ ਰੱਖਦਾ, ਉਹ ਸਹੀ ਰੱਖਦਾ। ਸੂਰਮਾ ਪਤਾ ਕੀ ਕਰਦਾ ਹੈ? ਕਿੰਨੀ ਮਿਹਨਤ ਕਰਦਾ ਹੈ, ਸ਼ਸਤਰ ਚਲਾਉਣੇ ਸਿੱਖਦਾ ਹੈ। ਕਈ ਵਾਰ ਸ਼ਸਤਰ ਸਿੱਖਦਿਆਂ ਸਰੀਰ 'ਤੇ ਵੀ ਵਾਰ ਲਾ ਕੇ ਜ਼ਖਮ ਹੋ ਜਾਂਦੇ, ਫੱਟ ਲੱਗ ਜਾਂਦੇ, ਪਰ ਉਹ ਬੜੀ ਮਿਹਨਤ ਕਰਦਾ ਹੈ। ਉਹ ਮਿਹਨਤ ਸਾਨੂੰ ਦੁੱਖ ਰੂਪ ਲੱਗਦੀ ਹੈ, ਪਰ ਉਹ ਜਿਹੜੀ ਮਿਹਨਤ ਹੈ ਉਹ ਦੁੱਖ ਹੈ, ਉਹ ਸੂਰਮੇ ਦਾ ਨਾਮ ਬਣਾ ਦਿੰਦੀ ਹੈ ਵੀ ਫਲਾਨਾ ਸੂਰਮਾ ਆਇਆ। ਇਸ ਲਈ ਮਹਾਰਾਜ ਕਹਿੰਦੇ ਇਹ ਜਿਹੜਾ ਦੁੱਖ ਹੈ ਨਾ, ਇਹ ਦਾਰੂ ਹੈ, ਇਹ ਸੁੱਖ ਰੂਪ ਹੈ। ਪਰ ਗੁਰੂ ਦੀ ਸ਼ਰਨ ਫੜ ਕੇ ਇਹਨੂੰ ਦੁੱਖ ਨੂੰ ਸੁੱਖ ਬਣਾਉਣਾ ਸਿੱਖ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਸੀ, ਕਹਿਣ ਲੱਗੇ ਉਹ ਦੁਨੀਆ ਦੇ ਲੋਕੋ, ਵੈਦ ਤੇ ਜ਼ਹਿਰ ਨੂੰ ਵੀ ਲੈ ਕੇ ਦਵਾਈ ਬਣਾ ਲੈਂਦਾ ਏ, ਤੈਨੂੰ ਇਹ ਦੁੱਖ ਜਿਹੜਾ ਇਹਨੂੰ ਸੁੱਖ ਬਣਾਉਣ ਦੀ ਜਾਂਚ ਚਾਹੀਦੀ ਆ। ਦੁੱਖ ਮੋਹਰਾ ਮਾਰਨ ਹਰ ਨਾਮ। ਮੋਹਰਾ ਕਹਿੰਦੇ ਜ਼ਹਿਰ ਨੂੰ, ਮਾਰਨ ਕਹਿੰਦੇ ਮਸਾਲਿਆਂ ਨੂੰ। ਜਿਹੜੀਆਂ ਜੜੀਆਂ ਬੂਟੀਆਂ ਪਾ ਕੇ ਮਾਰਨ ਤੇ ਮੋਹਰੇ ਜ਼ਹਿਰ ਨੂੰ ਦਵਾਈ ਬਣਾਈ ਜਾਂਦੀ ਹੈ ਨਾ, ਇੰਜ ਮਾਰੇ ਕਹਿੰਦੇ ਦੁੱਖਾਂ ਦੇ ਵਿੱਚ ਨਾਮ ਵਰਤ ਲਾ ਤੇ ਸੁੱਖ ਬਣ ਜਾਣੇ। ਦੁੱਖ ਮੋਹਰਾ ਮਾਰਨ ਹਰ ਨਾਮ, ਸਿਲਾ ਸੰਤੋਖ ਪੀਸਣ ਹੱਥ ਦਾਨ। ਤੇ ਹੁਣ ਪੁਰਾਣੇ ਸਮਿਆਂ ਦੇ ਵਿੱਚ ਜਿਹੜਾ ਹੈ ਨਾ, ਉਹ ਸਿਲਾ ਦੇ ਉੱਪਰ, ਪੱਥਰ ਦੇ ਉੱਪਰ ਉਹਨੂੰ ਰਗੜ ਕੇ ਤੇ ਬਣਾਇਆ ਜਾਂਦਾ ਸੀਗਾ ਜੜੀਆਂ ਬੂਟੀਆਂ ਦੇ ਨਾਲ।
ਜਾਂ ਆਪਾਂ ਵੇਖਿਆ ਹੋਣਾ ਕਈ ਪੁਰਾਣੇ ਹਕੀਮ ਉਹਨਾਂ ਕੋਲ ਖਰਲ ਹੁੰਦੀ ਸੀਗੀ। ਚਲੋ ਹੁਣ ਤੇ ਬੱਚਿਆਂ ਨੂੰ ਪਤਾ ਹੀ ਨਹੀਂ ਨਾ ਖਰਲ ਕੀ ਆ। ਇੱਕ ਤੇ ਇਹ ਵੀ ਬੜਾ ਵੱਡਾ ਪੰਗਾ ਖੜਾ ਹੋ ਗਿਆ ਵੀ ਜਿਹੜੇ ਨਵੀਂ ਜਨਰੇਸ਼ਨ ਨਿਆਣੇ ਸਾਡੇ, ਉਹਨਾਂ ਦੀ ਇੰਗਲਿਸ਼ ਦੀ ਵਕੈਬੁਲਰੀ ਤੇ ਬਹੁਤ ਵੱਧ ਗਈ, ਬੜੇ ਸ਼ਬਦਾਂ ਦੇ ਭੰਡਾਰ ਉਹਨਾਂ ਕੋਲ। ਪਰ ਆ ਜਿਹੜੀ ਸਾਡੀ ਮਾਤ ਭਾਸ਼ਾ ਪੰਜਾਬੀ ਇਹ ਨਹੀਂ ਰਹੀ। ਉਹਨਾਂ ਨੂੰ ਇਹ ਪੁੱਛੋ ਵੀ ਆਹ ਕਿਹੜਾ, ਉਹ ਪੁੱਛਦੇ ਆ ਪੰਜਾਬੀ 'ਚ ਇਹਨੂੰ ਕੀ ਕਹਿੰਦੇ। ਬੜੇ ਦੁੱਖ ਦੀ ਗੱਲ, ਜਦੋਂ ਪੇਪਰ 'ਤੇ ਪੜ੍ਹਿਆ 4500 ਬੱਚਾ ਪੰਜਾਬ 'ਚ ਪੰਜਾਬੀ ਵਿਸ਼ੇ 'ਚੋਂ ਫੇਲ ਹੋ ਗਿਆ। ਧੂ ਪੈਂਦੀ ਦਿਲ ਨੂੰ ਬਈ ਇਹ ਤਾਂ ਉਹੋ ਜਿਹਾ ਵਿਸ਼ਾ ਸੀ ਜਿਹਨੂੰ ਪੜ੍ਹਨ ਤੋਂ ਬਿਨਾਂ ਹੀ ਕਿਤੇ ਬੱਚੇ 80 90% ਲੈ ਕੇ ਪਾਸ ਹੋ ਜਾਇਆ ਕਰਦੇ ਸੀ। ਇਹ ਕੀ ਵਰਤ ਗਿਆ। ਤੇ ਇਹਦੇ 'ਚ ਸਾਡਾ ਵੀ ਕਸੂਰ ਆ। ਅਸੀਂ ਬੱਚਿਆਂ ਨਾਲ ਪੰਜਾਬੀ ਬੋਲੀਏ, ਗੱਲ ਕਰੀਏ। ਚਲੋ ਮੇਰਾ ਇਹ ਵਿਸ਼ਾ ਨਹੀਂ, ਵਿੱਚ ਗੱਲ ਆ ਗਈ ਸਿਹੜਾ ਪੱਥਰ। ਤੇ ਜਿਵੇਂ ਖਰਲ ਹੁੰਦੀ ਸੀ, ਉਹ ਚੌੜੀ ਜੀ ਬਾਟੀ ਨੇ ਕਹਿ ਲਓ, ਕਿਸ਼ਤੀ ਟਾਈਪ ਇੱਕ ਉਹਦੇ ਜਿਹੜੀ ਸ਼ੇਪ ਹੁੰਦੀ ਸੀਗੀ। ਮਾਰੀ ਕਹਿੰਦੇ ਜਿਵੇਂ ਪੱਥਰ ਦੇ ਉੱਪਰ, ਸਿਹੜਾ ਦੇ ਉੱਪਰ ਉਹ ਦਵਾਈ ਰਗੜੀ ਜਾਂਦੀ ਹੈ ਨਾ, ਉੱਤੇ ਵੱਟੇ ਦੇ ਨਾਲ ਰਗੜੀ ਜਾਂਦੀ ਆ। ਇਹ ਤੇਰੇ ਕੋਲ ਸੰਤੋਖ ਹੋਵੇ, ਦੂਜੇ ਨੂੰ ਹੱਥੋਂ ਕੁਛ ਨਾ ਕੁਛ ਦੇ, ਇਹ ਚੀਜ਼ਾਂ ਵਰਤ, ਤੇ ਫਿਰ ਦੁੱਖ ਵੀ ਜਿਹੜਾ ਸੁੱਖ ਰੂਪੀ ਬਣ ਜਾਣਾ। ਤੇ ਫਿਰ ਇਹਦੇ ਨਾਲ ਪਤਾ ਕੀ ਹੋਣਾ, ਨਿਤ ਨਿਤ ਲਿਹੋ ਨਾ ਸ਼ੀਜੈ ਦੇਹ, ਅੰਤ ਕਾਲ ਜਮ ਮਾਰੈ ਠੇਹ। ਜੇ ਨਿਤੇ ਰੱਬੀ ਨਾਮ ਦੀ ਦਵਾਈ ਖਾਵੇਂਗਾ, ਮਾਲਕ ਦੀ ਸ਼ਰਨ ਜਾ ਕੇ, ਤੇ ਅਖੀਰ ਸਮੇਂ ਤੈਨੂੰ ਮੌਤ ਦਾ ਦੁੱਖ ਵੀ ਸਤਾ ਨਹੀਂ ਸਕੇਗਾ। ਹੁਣ ਦੁੱਖ ਤੇ ਹਨ, ਜਿੱਥੇ ਮਹਾਰਾਜ ਨੇ ਦੁੱਖਾਂ ਦੀ ਗਿਣਤੀ ਕੀਤੀ ਹੈ ਨਾ, 4 ਵੱਡੇ, ਇੱਕ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ। ਹੁਣ ਵਿਛੋੜੇ ਦਾ ਵਾ ਬੰਦਾ ਕਹਿੰਦਾ ਦੁੱਖ ਆ, ਬਸ ਜਿਹਨੂੰ ਲੱਗਦਾ ਇਹ ਪਤਾ ਉਹਨੂੰ। ਵਿਛੋੜੇ ਦਾ ਦੁੱਖ ਜਿਹਨੂੰ ਲੱਗਦਾ ਪਤਾ। ਜਿਸ ਮਾਂ ਦਾ ਪੁੱਤ ਵਿਦੇਸ਼ ਗਿਆ ਹੁੰਦਾ ਉਹਨੂੰ ਪੁੱਛ ਕੇ ਵੇਖਿਓ, ਜਿਸ ਭੈਣ ਦਾ ਵੀਰ ਵਿਛੜ ਜਾਵੇ ਉਹਨੂੰ ਪੁੱਛ ਕੇ ਵੇਖਿਓ ਵਿਛੋੜਾ ਕੀ ਹੈ। ਪਰ ਇੱਕ ਗੱਲ ਇਹ ਵੀ ਹੈ ਵੀ ਜੇ ਬੰਦਾ ਵਿਛੋੜਾ ਨਾ ਪਵੇ ਤੇ ਕੰਮ ਵੀ ਨਹੀਂ ਚੱਲਦਾ। ਜੇ ਧੀ ਮਾਪਿਆਂ ਤੋਂ ਵਿਛੜ ਕੇ ਦੂਜੇ ਨਾਲ ਘਰ ਜਾਊਗੀ ਤੇ ਘਰ-ਬਾਰ ਵਾਲੀ ਸੁਹਾਗਣ ਕਿਵੇਂ ਬਣੇਗੀ। ਲੱਗਦਾ ਤੇ ਹੈ ਸਾਨੂੰ ਦੁੱਖ, ਪਰ ਅਗਲੇ ਬੰਨੇ ਸੁੱਖ ਰੂਪ ਬਣ ਜਾਂਦਾ, ਘਰ ਦੀ ਮਾਲਕ ਬਣ ਜਾਂਦੀ, ਸੁਹਾਗਣ ਬਣ ਜਾਂਦੀ, ਬਾਲ ਬੱਚਿਆਂ ਵਾਲੀ ਬਣ ਜਾਂਦੀ। ਤੇ ਘਰ ਤਾਂ ਹੀ ਵੱਸਦੇ ਆ ਜੇ ਧੀ ਮਾਪਿਆਂ ਤੋਂ ਵਿਛੜ ਕੇ ਅਗਲੇ ਘਰ ਜਾਂਦੀ ਆ। ਤੇ ਹੁਣ ਬੰਦਾ ਕਹਿੰਦਾ ਵਿਛੋੜਾ ਦੁੱਖ, ਮਾਰੇ ਕਹਿੰਦੇ ਦੁੱਖ ਤੇ ਹੈ ਪਰ ਇਹਦੇ 'ਚੋਂ ਸੁੱਖ ਨਿਕਲਣਾ ਹੀ। ਇਸ ਗੱਲ ਨੂੰ ਸਮਝ ਅਕਾਲ ਪੁਰਖ ਦੀ ਰਜ਼ਾ ਨੂੰ। ਹਾਂ, ਤੇ ਜਦੋਂ ਪ੍ਰਭੂ ਦੀ ਸ਼ਰਨ ਚਲੇ ਜਾਏਗਾ, ਰੱਬ ਦਾ ਨਾਮ ਜਪੇਗਾ, ਫਿਰ ਤੈਨੂੰ ਕੁਝ ਵੀ ਦੁੱਖ ਨਹੀਂ ਲੱਗਣਾ, ਤੈਨੂੰ ਕੁਝ ਵੀ ਸਹਿਮ ਰੂਪ ਨਹੀਂ ਲੱਗਣਾ, ਤੈਨੂੰ ਸਾਰਾ ਸੁੱਖ ਹੀ ਸੁੱਖ, ਸੁੱਖ ਹੀ ਸੁੱਖ ਲੱਗਣਾ। ਹਾਂ, ਉਹ ਗੱਲ ਚੇਤੇ ਰੱਖ, ਪ੍ਰਭ ਕੀ ਸ਼ਰਨ ਸਗਲ ਭੈ ਲਾਥੇ, ਦੁੱਖ ਬਿਨਸੇ ਸੁੱਖ ਪਾਇਆ। ਦਇਆਲ ਵਾ ਪਾਰ ਬ੍ਰਹਮ ਸੁਆਮੀ ਪੂਰਾ ਸਤਿਗੁਰ ਧਿਆਇਆ। ਤੇ ਗੁਰੂ ਦੀ ਸ਼ਰਨ ਜਾ ਕੇ ਆਖਿਆ ਕਰ, ਮਾਲਕ ਪ੍ਰਮਾਤਮਾ ਮੈਂ ਤੇਰੀ ਸ਼ਰਨ ਆਇਆ, ਮੇਰੇ ਦੁੱਖ ਮੁਕਾ ਦਿਓ। ਤੇ ਰੱਬ ਕਹਿੰਦਾ ਦੁੱਖ ਕਿਹੜੇ ਆ, ਡਰਦਾ ਕਿਉਂ, ਕਿਹੜੇ ਦੁੱਖ ਆ, ਡਰਦਾ ਕਿਉਂ ਆ। ਸੂਹੀ ਰਾਗ ਦੇ ਵਿੱਚ ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ, ਤਉ ਮੈਂ ਆਇਆ, ਸ਼ਰਣੀ ਆਇਆ, ਭਰੋਸੈ ਆਇਆ, ਕਿਰਪਾ ਆਇਆ। ਆਪਾਂ ਸਾਰੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਰਨ ਆਏ। ਕਦੇ ਪੰਡਤ ਆਏ ਸੀਗੇ, ਸਾਡਾ ਦੁੱਖ ਮੁਕਾ ਦਿਓ ਮਹਾਰਾਜ, ਸਾਡਾ ਧਰਮ ਖਤਰੇ 'ਚ। ਅਸੀਂ ਆਏ ਮਹਾਰਾਜ, ਸਾਡੇ ਆਹ ਦੁੱਖ ਨੇ, ਕਿਰਪਾ ਕਰੋ, ਤੁਹਾਡੀ ਸ਼ਰਨ ਫੜੀਏ, ਕਿਰਪਾ ਕਰੋ, ਸਾਡੇ ਦੁੱਖ ਮੁਕਾਓ। ਸਤਿਗੁਰੂ ਕਹਿੰਦੇ ਦੱਸ ਕਿਹੜੇ ਕਿਹੜੇ ਦੁੱਖ ਲੈ ਕੇ ਆਇਆ। ਸਾਰੇ ਹੀ ਇੱਥੇ ਰੱਖ ਲੈਨੇ, ਤੈਨੂੰ ਸੁੱਖ ਹੀ ਦੇ ਦਿੰਦੇ, ਜਾਂ ਫਿਰ ਜੇ ਸੁੱਖ ਹੀ ਚਾਹੁੰਨਾ ਤੇ ਲੈ ਕੇ ਝੋਲੀ ਭਰ ਕੇ ਚਲੇ ਜਾ ਘਰ ਨੂੰ। ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਇਹ ਤੇ ਦਾਰੀ ਇਹੋ ਜਿਹਾ, ਤਉ ਮੈਂ ਆਇਆ, ਸ਼ਰਣੀ ਆਇਆ, ਭਰੋਸੈ ਆਇਆ, ਕਿਰਪਾ ਆਇਆ। ਵਿਸ਼ਵਾਸ ਰੱਖ ਕੇ ਆਇਆ, ਕਿਰਪਾ ਦੇ, ਸੁੱਖ ਦੇਵੇਂਗਾ। ਜਿਉਂ ਭਾਵੈ ਤਿਉਂ ਰਾਖੋ ਸੁਆਮੀ, ਮਾਰਗ ਗੁਰਹੇ ਪਠਾਇਆ। ਮੈਨੂੰ ਗੁਰੂ ਨੇ ਭੇਜਿਆ, ਜਾ ਪਰਮਾਤਮਾ ਦੇ ਕੋਲ ਚਲੇ ਜਾ, ਉੱਥੇ ਸਾਰੇ ਸੁਖੀ। ਤੇ ਉਹ ਅੱਗੋਂ ਕਹਿੰਦਾ, ਮਹਾ ਦੁੱਤਰ ਮਾਇਆ ਜੈਸੇ ਪਵਨ ਚੁਲਾਇਆ। ਮਹਾਰਾਜ ਜਿਵੇਂ ਹਵਾ ਤੂਫਾਨ ਹੁਲਾਰੇ ਦਿੰਦੀ ਨਾ, ਪਟਕਾ ਪਟਕਾ ਮਾਰੇ, ਇਸੇ ਤਰ੍ਹਾਂ ਸੰਸਾਰ ਦੇ ਵਿੱਚ ਮੋਹ ਮਾਇਆ ਦਾ ਦੁੱਖ ਹੈ। ਇਹ ਹੈ। ਦੂਜਾ ਦੁੱਖ ਇਹ ਆ, ਮੌਤ ਤੋਂ ਬੜਾ ਡਰ ਲੱਗਦਾ ਹੈ। ਕਹਿੰਦੇ ਧਰਮ ਰਾਜਾ ਬੜਾ ਭਿਆਨਕ ਆ, ਮੈਂ ਸੁਣ ਕੇ ਹੀ ਡਰ ਗਿਆ। ਸੁਨ ਸੁਨ ਹੀ ਡਰਾਇਆ, ਕਰ ਰੋ ਧਰਮ ਰਾਇਆ। ਤੀਜਾ ਦੁੱਖ ਮਹਾਰਾਜ ਇਹ ਹੈ, ਗ੍ਰਹਿ ਅੰਧ ਕੂ ਪਾਇਆ, ਪਾਵਕ ਸਗਰਾਇਆ। ਇੱਥੇ ਤ੍ਰਿਸ਼ਨਾ ਦਾ ਬੜਾ ਦੁੱਖ ਹੈ, ਲੋਭ ਦਾ ਬੜਾ ਦੁੱਖ ਹੈ। ਸੰਸਾਰ ਰੂਪੀ ਘਰ ਦੇ ਵਿੱਚ ਦੁੱਖ ਹੀ ਦੁੱਖ ਹੈ, ਤੇ ਮੈਂ ਕੀ ਕਰਾਂ। ਫਿਰ ਕਹਿੰਦੇ ਗਹੀ ਓਟ ਸਾਧਾਇਆ। ਗੁਰੂ ਦੀ ਸ਼ਰਨ ਫੜੀ, ਉਹਨੇ ਕਿਰਪਾ ਕੀਤੀ, ਅਬ ਮੈਂ ਪੂਰਾ ਪਾਇਆ। ਉਹਨੇ ਰਹਿਮਤ ਕਰਕੇ ਚਰਨੀ ਲਾ ਕੇ ਤੇ ਦੁੱਖ ਮਿਟਾ ਦਿੱਤੇ।
ਦੁਖ ਬਿਨਸੇ ਸਹਿਸਾ ਗਇਓ, ਸ਼ਰਨ ਗਹੀ ਹਰ ਰਾਏ। ਗੁਰੂ ਦੀ ਸ਼ਰਨ ਆ ਕੇ ਕਦੇ ਵੇਖੋ ਜਿਨ੍ਹਾਂ ਬਾਣੀ ਉਚਾਰਨ ਕੀਤੀ ਹੈ ਨਾ, ਉਹਨਾਂ ਵੀ ਦੋਵੇਂ ਹੱਥ ਜੋੜ ਕੇ ਤੇ ਤਰਾ ਤਰਾ ਕਰਦੇ ਆ ਕੇ ਆਖਿਆ, ਮਹਾਰਾਜ ਬਚਾ ਲੈ, ਬਚਾ ਲੈ ਦਾਤਾ, ਅਸੀਂ ਡੁੱਬ ਜਾਵਾਂਗੇ ਸੰਸਾਰ ਦੇ ਦੁੱਖਾਂ ਵਿੱਚ, ਤੇਰੀ ਸ਼ਰਨ ਫੜੀ ਆ। ਭੱਟ ਜਨ ਆਏ, ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦੇ ਅੱਗੇ ਬੇਨਤੀ ਕੀਤੀ, ਸਤਿਗੁਰੂ ਤੈਨੂੰ ਜਹਾਜ਼ ਬਣਾਇਆ ਹੈ ਰੱਬ ਨੇ, ਦੁੱਖਾਂ ਚੋਂ ਕੱਢਣ ਵਾਸਤੇ, ਦੁਨੀਆ ਨੂੰ ਦੁੱਖਾਂ ਚੋਂ ਕੱਢਣ ਵਾਸਤੇ ਤੁਸੀਂ ਜਹਾਜ਼ ਹੋ, ਤੇ ਆਪਣੀ ਸ਼ਰਨ ਪਾ ਕੇ ਮੈਨੂੰ ਰੱਖ ਲਓ। ਤੇ ਭੱਟ ਕੀਰਤ ਜੀ ਕਹਿੰਦੇ, ਬੋਹਿਥ ਵਿਧਾਤੈ ਨਿਰਮਯ। ਬੋਹਿਥ ਕਹਿੰਦੇ ਜਹਾਜ਼ ਨੂੰ, ਨਿਰਮਯ ਦਾ ਅਰਥ ਹੁੰਦਾ ਨਿਰਮਾਣ। ਬੋਹਿਥ ਵਿਧਾਤੈ ਨਿਰਮਯ, ਸਭ ਸੰਗਤ ਕੁਲ ਉਦਾਹਰਣ। ਮਹਾਰਾਜ ਤੂੰ ਸਭ ਸੰਗਤਾਂ ਦਾ ਪਾਰ ਉਤਾਰਾ ਕਰਨ ਵਾਲਾ ਹੈ, ਸਭ ਸੰਗਤ ਕੁਲ ਉਦਾਹਰਣ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕੇ ਫਿਰ ਬੇਨਤੀ ਕਰਦਾ, ਗੁਰ ਅਮਰਦਾਸ ਕੀਰਤ ਕਹੈ, ਤਰਾਹੇ ਤਰਾਹੇ ਤੋ ਪਾ ਸ਼ਰਨ। ਮਹਾਰਾਜ ਤਰਾ ਤਰਾ ਕਰਦੇ ਤੇਰੀ ਸ਼ਰਨ ਆਏ ਆ, ਸੁਖ ਦਿਓ। ਮਨ ਚਿੰਦੇ ਫਲ ਪਾਇਆ, ਨਾਨਕ ਹਰ ਗੁਣ ਗਾਏ। ਜਦੋਂ ਹਰੀ ਦੇ ਗੁਣ ਗਾਏ, ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਕੇ ਰੱਬ ਦੇ ਗੁਣ ਗਾ ਕੇ ਤੇ ਮਨ ਚਿੰਦੇ ਫਲ ਪ੍ਰਾਪਤ ਕਰ ਲੈ, ਮਨ ਇਛਤ ਫਲ ਪ੍ਰਾਪਤ ਕਰ ਲੈ। ਜੋ ਜੋ ਮਨ ਵਿੱਚ ਸੀ ਚਿਤਵ ਕੇ ਆਇਆ, ਉਹ ਫਲ ਸੱਚੇ ਪਾਤਸ਼ਾਹ ਮਹਾਰਾਜ ਨੇ ਦੇ ਦਿੱਤੇ। ਰੱਬ ਤੇ ਜਿਹੜਾ ਹੈ ਨਾ ਫਲਾਂ ਦੇ ਨਾਲ ਲੱਦਿਆ ਰੁੱਖ ਹੈ, ਸਾਹਿਬ ਸਫਲਿਓ ਰੁਖੜਾ ਅੰਮ੍ਰਿਤ ਜਾਂਕਾ ਨਾਉ। ਉਹ ਰੁੱਖ ਐ ਬਿਲਕੁਲ ਫਲਾਂ ਦੇ ਨਾਲ ਭਰਿਆ ਪਿਆ, ਭਰਿਆ ਪਿਆ। ਪਰ ਤਰੀਕਾ ਹੈ, ਉਹ ਜੇ ਰੱਬ ਰੂਪੀ ਰੁੱਖ ਫਲਾਂ ਦੇ ਨਾਲ ਭਰਿਆ ਪਿਆ ਏ, ਤੇ ਉਹਦੇ ਥੱਲੇ ਜਦੋਂ ਜਾ ਕੇ ਫਲ ਖਾਣੇ ਆ, ਤੇ ਇੱਥੇ ਆ ਕੇ ਗੁਰੂ ਨੂੰ ਕਹਿਣਾ ਪੈਂਦਾ, ਮਾਰੀ ਕਿਰਪਾ ਕਰੋ। ਬਾਗ ਦਾ ਮਾਲਕ ਹੁੰਦਾ ਹੈ ਨਾ, ਇਹ ਥੋੜ੍ਹਾ ਬਾਗ ਲੱਗਾ ਜਾ ਕੇ ਵੜ ਜਾਓ ਤੇ ਚੋਰੀ ਕਰਕੇ ਜਿੰਨੇ ਮਰਜ਼ੀ ਫਲ ਬੋਰੀਆਂ ਭਰ ਲਿਆਓ। ਬਾਗ ਦੇ ਮਾਲਕ ਨੂੰ ਫਿਰ ਜਾ ਕੇ ਪੁੱਛਣਾ ਪੈਂਦਾ, ਜਿਹੜੇ ਰਾਖੇ ਆ ਉਹ ਕਹਿੰਦੇ ਲੈ ਜਾਓ। ਜਿਤੜੇ ਫਲ ਮਨ ਬੰਛੀਐ, ਤਿਤੜੇ ਸਤਿਗੁਰ ਪਾਸ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦਿੰਦੇ, ਕਹਿੰਦੇ ਮਨ ਇਛਤ ਫਲ ਪ੍ਰਾਪਤ ਕਰ ਲਏ। ਪੌੜੀ ਕੋਈ ਗਾਵੈ ਕੋ ਸੁਣੈ, ਕੋਈ ਕਰੈ ਵਿਚਾਰ। ਇੱਥੇ ਹੁਣ ਪੌੜੀ ਵਿੱਚ ਮਹਾਰਾਜ ਜੀ ਨੇ ਜੋ ਬਖਸ਼ਿਸ਼ ਕੀਤੀ ਹੈ ਸਾਧ ਸੰਗਤ, ਕਿ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਜੋ ਨਾਮ ਹੈ ਨਾ, ਕੋਈ ਵੀ ਜਪੇ, ਚਾਹੇ ਉਹ ਅਮੀਰ ਹੈ, ਚਾਹੇ ਉਹ ਗਰੀਬ ਹੈ, ਚਾਹੇ ਕੋਈ ਆਪਣੇ ਆਪ ਨੂੰ ਉੱਚੀ ਜਾਤ ਵਾਲਾ ਜਾਂ ਨੀਵੀਂ ਵਾਲਾ ਖਵਾਉਂਦਾ ਹੈ। ਹਾਂ, ਇੱਕ ਗੱਲ ਜ਼ਰੂਰ ਧਿਆਨ ਰੱਖਣੀ, ਗੁਰੂ ਘਰ ਦੇ ਵਿੱਚ ਸੱਚੇ ਪਾਤਸ਼ਾਹ ਨੇ ਕੋਈ ਜਾਤ ਪਾਤ ਨਹੀਂ ਦੱਸੀ। ਇਹਦੇ ਤੋਂ ਬਾਹਰ ਜੇ ਕੋਈ ਸਮਝਦਾ ਹੈ ਬਈ ਜਾਤ ਉੱਚੀ ਜਾਂ ਨੀਵੀਂ, ਹਾਂ, ਤੇ ਮਹਾਰਾਜ ਕਹਿੰਦੇ ਉਹਨਾਂ 'ਚੋਂ ਵੀ ਕੋਈ ਵੀ ਗਾ ਲਵੇ ਉਹਦਾ ਭਲਾ ਹੋ ਜਾਂਦਾ। ਚਾਹੇ ਕੋਈ ਦੇਸ਼ ਦਾ ਹੋਵੇ, ਚਾਹੇ ਕੋਈ ਵਿਦੇਸ਼ ਦਾ ਹੋਵੇ, ਚਾਹੇ ਕੋਈ ਇਸਤਰੀ ਹੋਵੇ, ਚਾਹੇ ਕੋਈ ਪੁਰਸ਼ ਹੋਵੇ, ਕੋਈ ਵੀ ਹੋਵੇ, ਜਦੋਂ ਪਰਮਾਤਮਾ ਦਾ ਨਾਮ ਜਪੇ ਤੇ ਰੱਬ ਦਾ ਨਾਮ ਐਸਾ ਹੈ ਕਿ ਉਹ ਹਰੇਕ ਦਾ ਭਲਾ ਹੀ ਕਰਦਾ ਹੈ, ਉਹ ਹਰੇਕ ਦਾ ਭਲਾ ਹੀ ਕਰਦਾ ਹੈ। ਪਾਣੀ ਦਾ ਕੰਮ ਹੈ ਪਿਆਸ ਬੁਝਾਉਣੀ, ਕੋਈ ਵੀ ਪੀ ਲਵੇ, ਉਹਨੂੰ ਵਿਤਕਰਾ ਕਿਸੇ ਦੇ ਨਾਲ। ਸੂਰਜ ਦਾ ਕੰਮ ਹੈ ਰੋਸ਼ਨੀ ਦੇਣੀ, ਉਹ ਸਾਰਿਆਂ ਨੂੰ ਇੱਕੋ ਜਿਹੀ ਦਿੰਦਾ। ਇਸੇ ਤਰ੍ਹਾਂ ਹਵਾ ਹੈ ਜਿਹੜੀ ਸਾਰਿਆਂ ਨੂੰ ਜਿਵੇਂ ਲੱਗਦੀ ਏ ਸਾਹ ਦਿੰਦੀ ਏ। ਮਹਾਰਾਜ ਕਹਿੰਦੇ ਪਰਮਾਤਮਾ ਦਾ ਨਾਮ ਜਿਹੜਾ ਹੈ, ਚਾਹੇ ਕੋਈ ਇਹਨੂੰ ਗਾਵੇ, ਕੋਈ ਗਾਵੇ ਕੋ ਸੁਣੈ, ਚਾਹੇ ਕੋਈ ਸੁਣ ਲਵੇ। ਕਿਉਂਕਿ ਵੇਖੋ, ਇੱਕ ਕਈ ਵਾਰ ਸਾਧ ਸੰਗਤ ਤੇ ਮਹਾਰਾਜ ਨੇ ਤਾਂ ਸਾਡੇ 'ਤੇ ਕਿਰਪਾ ਬਖਸ਼ਿਸ਼ ਕੀਤੀ ਏ। ਕਈ ਵਾਰ ਕਈ ਭਰਾ ਕਹਿਣਗੇ ਮੈਨੂੰ ਨਾ ਬੜਾ ਸ਼ੌਂਕ ਹੈ ਮੈਂ ਕੀਰਤਨ ਕਰਾਂ, ਪਰ ਮੈਨੂੰ ਆਉਂਦਾ ਨਹੀਂ। ਹਾਂ, ਤੇ ਉੱਥੇ ਮਨ ਵਿੱਚ ਇਹ ਨਹੀਂ ਚਾਹੀਦਾ ਬਈ ਕਿਤੇ ਮੈਨੂੰ ਜੇ ਨਾ ਆਇਆ ਤੇ ਖਬਰੇ ਮੇਰਾ ਭਲਾ ਨਹੀਂ ਹੋਣਾ। ਮਹਾਰਾਜ ਕਹਿੰਦੇ ਜੇ ਗਾ ਨਹੀਂ ਸਕਦਾ ਤੇ ਸੁਣ ਲਾ। ਚਲੋ ਹੁਣ ਤੇ ਮਾਲਕ ਦੀ ਕਿਰਪਾ ਹੈ, ਸਮਾਂ ਐਡਵਾਂਸ ਹੋ ਗਿਆ ਨਾ, ਲਗਭਗ ਹਰੇਕ ਮਨੁੱਖ ਪੜ੍ਹਿਆ ਲਿਖਿਆ। ਨਹੀਂ ਤੇ ਪੁਰਾਣਾ ਐਸਾ ਵੀ ਸਮਾਂ ਸੀਗਾ ਕਿ ਪੜ੍ਹੇ ਲਿਖੇ ਲੋਕ ਨਹੀਂ ਸਨ, ਤੇ ਉਦੋਂ ਮਨ ਵਿੱਚ ਹੋਰ ਵਿਚਾਰ ਉੱਠਦੀ ਸੀਗੀ ਬਈ ਕੀ ਕਰਾਂਗੇ। ਮਹਾਰਾਜ ਕਹਿੰਦੇ ਚਲੋ ਜੇ ਪੜ੍ਹ ਨਹੀਂ ਸਕਦਾ, ਗਾ ਨਹੀਂ ਸਕਦਾ ਤੇ ਸੁਣ ਲੈ। ਇਸ ਰੱਬੀ ਨਾਮ ਨੂੰ ਕੋਈ ਗਾਵੇ, ਚਾਹੇ ਕੋਈ ਸੁਣੇ, ਕੋਈ ਕਰੇ ਵਿਚਾਰ। ਕੋਈ ਇਹਦੀ ਵਿਚਾਰ ਕਰੇ, ਇਹਦਾ ਅਧਿਐਨ ਕਰੇ, ਇਹਦੀ ਸਟੱਡੀ ਕਰੇ। ਕੋ ਉਪਦੇਸੈ ਕੋ ਦ੍ਰਿੜੈ, ਚਾਹੇ ਕੋਈ ਰੱਬੀ ਨਾਮ ਨੂੰ ਉਹਦੀ ਸਿਫਤ ਸਲਾਹ ਦਾ ਦੂਸਰਿਆਂ ਨੂੰ ਉਪਦੇਸ਼ ਦੇਵੇ ਕਿ ਭਾਈ ਨਾਮ ਜਪਿਆ ਕਰੋ, ਨਾਮ ਜਪਿਆ ਕਰੋ। ਹਾਂ, ਇੱਥੇ ਇਹ ਵੀ ਬੇਨਤੀ ਜੇ, ਇਹ ਵੀ ਬੜਾ ਵੱਡਾ ਕਰਮ ਜੇ
ਕਿਸੇ ਨੂੰ ਉਪਦੇਸ਼ ਦੇ ਦੇਣਾ, ਕਿਸੇ ਨੂੰ ਕਹਿ ਦੇਣਾ ਵੀ ਰੱਬ ਦਾ ਨਾਮ ਜਪਿਆ ਕਰ। ਹਾਂ, ਉਹ ਵੱਖਰੀ ਗੱਲ ਆ, ਭਾਵੇਂ ਅਗਲਾ ਆਖੇ ਵੀ ਜਾ ਤੂੰ ਪਹਿਲਾਂ ਆਪ ਜਪਿਆ ਕਰ, ਮੈਨੂੰ ਆਖੀ ਜਾਂਦਾ ਤੂੰ ਜਪਦਾ ਹੈ। ਚਲੋ ਹੁਣ ਭਾਵੇਂ ਕੋਈ ਆ ਕਹਿੰਦਾ ਜੀ ਨਾਮ ਹੈ ਇਹ ਦੱਸਣਾ ਨਹੀਂ ਆ ਕਿਸੇ ਨੂੰ, ਪਰ ਸਤਿਗੁਰੂ ਨੇ ਖੁੱਲ੍ਹੇਆਮ ਆਖਿਆ ਸਾਨੂੰ। ਮਹਾਰਾਜ 'ਚ ਕਹਿੰਦੇ ਆਪ ਜਪੋ ਅਵਰੈ ਨਾਮ ਜਪਾਵੋ। ਸਤਿਗੁਰੂ ਕਹਿੰਦੇ ਮੈਂ ਤੇ ਉਹਦੇ ਚਰਨਾਂ ਦੀ ਧੂੜ ਮੰਗਦਾ ਹੈ ਜਿਹੜਾ ਦੂਸਰਿਆਂ ਨੂੰ ਉਪਦੇਸ਼ ਦੇ ਕੇ ਕਹਿੰਦਾ ਵੀ ਵਾਹਿਗੁਰੂ ਵਾਹਿਗੁਰੂ ਜਪ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰੈ ਨਾਮ ਜਪਾਵੈ। ਕੋ ਉਪਦੇਸੈ, ਕਿਸੇ ਨੂੰ ਵੀ ਕੋਈ ਆਖੇ ਮਹਾਰਾਜ ਕਹਿੰਦੇ ਉਹਦਾ ਵੀ ਭਲਾ ਹੋ ਜਾਂਦਾ ਹੈ। ਦਾਸ ਦੇ ਨਗਰ ਵਿੱਚ ਨਾ ਇੱਕ ਮਹਾਂਪੁਰਸ਼ ਹੋਏ ਬੜੇ ਬ੍ਰਹਮ ਗਿਆਨੀ ਸੰਤ ਬਾਬਾ ਤਾਰਾ ਸਿੰਘ ਜੀ, ਅਤੇ ਉਹ ਪੁਰਾਣੇ ਜਿਹੜੇ ਗੁਰਸਿੱਖ ਨੇ, ਹੁਣ ਬਜ਼ੁਰਗ ਹੋ ਚੁੱਕੇ ਸਿੰਘ, ਉਹ ਦੱਸਦੇ ਉਹਨਾਂ ਮਹਾਂਪੁਰਸ਼ਾਂ ਨੇ ਰਾਤ ਨੂੰ ਕੀਰਤਨ ਕਰਿਆ ਕਰਨਾ। ਸੰਤ ਬਾਬਾ ਤਾਰਾ ਸਿੰਘ ਜੀ ਹੋਣਾ ਜਦੋਂ ਉਹਨਾਂ ਕੀਰਤਨ ਕਰਨਾ 2-2 4-4 ਘੰਟੇ, ਅਤੇ ਕੀਰਤਨ ਤੋਂ ਬਾਅਦ ਸਮਾਪਤੀ ਹੋਣੀ ਨਾ, ਅਤੇ ਚਲੋ ਪਿੰਡਾਂ ਦੇ ਵਿੱਚ ਲੋਕ ਉਦੋਂ ਕੰਮਕਾਰ ਜਦੋਂ ਵਿਹਲੇ ਹੋ ਕੇ ਆਉਣਾ, ਰਾਤ ਨੂੰ ਦੀਵਾਨ 10-11 ਭਾਵੇਂ ਵੱਜ ਜਾਣੇ, ਤੁਰ ਤੁਰ ਕੇ ਲੋਕਾਂ ਨੇ ਆਉਣਾ, ਸੰਗਤਾਂ ਨੇ। ਉਹਨਾਂ ਆਖਣਾ ਵੀ ਜਦੋਂ ਜਾਣ ਲੱਗੇ ਜੇ ਨਾ ਤੇ ਉੱਚੀ ਉੱਚੀ ਜਿਹੜਾ ਹੈ ਸਤਿਨਾਮ ਵਾਹਿਗੁਰੂ ਕਰਦੇ ਜਾਇਓ, ਇਹਦੇ 'ਚ ਤੁਹਾਡਾ ਵੀ ਭਲਾ, ਅਤੇ ਜਿੱਥੋਂ ਤੱਕ ਆਵਾਜ਼ ਜਾਏਗੀ ਜਿਹੜੇ ਸੁਣਨਗੇ ਉਹਨਾਂ ਦਾ ਵੀ ਭਲਾ। ਇਸ ਤਰ੍ਹਾਂ ਦਾ ਹੈ ਪ੍ਰਮਾਤਮਾ ਦਾ ਨਾਮ। ਕੋ ਉਪਦੇਸੈ ਕੋ ਦ੍ਰਿੜੈ, ਕੋਈ ਇਹਨੂੰ ਮਨ ਵਿੱਚ ਪੱਕਾ ਕਰ ਲਵੇ ਤਿਸ ਕਾ ਹੋਏ ਉਧਾਰ, ਉਹਦਾ ਉਧਾਰ ਹੋ ਜਾਂਦਾ, ਉਹਦਾ ਭਲਾ ਹੋ ਜਾਂਦਾ ਹੈ। ਜਿਉਂਦੇ ਜੀਓ ਵਿਕਾਰਾਂ ਤੋਂ ਬੁਰਾਈਆਂ ਤੋਂ ਬਚ ਜਾਂਦਾ ਹੈ, ਅਤੇ ਸਰੀਰ ਤਿਆਗਣ ਤੋਂ ਬਾਅਦ ਉਹਦਾ ਪਰਮਾਤਮਾ ਭਲਾ ਕਰਕੇ ਉਹਨੂੰ ਆਪਣੇ ਚਰਨਾਂ ਦੇ ਵਿੱਚ ਲੀਨ ਕਰ ਲੈਂਦਾ ਹੈ। ਪਰਮਾਤਮਾ ਦਾ ਨਾਮ ਜਿਹੜਾ ਹੈ ਨਾ ਇਸ ਤਰ੍ਹਾਂ ਦਾ ਹੈ, ਉਧਾਰ ਕਰਨ ਵਾਲਾ। ਕਿਲ ਬਿਖ ਕਾਟੈ ਹੋਏ ਨਿਰਮਲਾ, ਜਨਮ ਜਨਮ ਮਲ ਜਾਏ। ਕਿਲ ਬਿਖ ਹੁੰਦੇ ਨੇ ਬੱਜਰ ਪਾਪ, ਵੱਡੇ ਪਾਪ। ਚਲੋ ਭਾਵੇਂ ਹੁਣ ਆਪ ਜੀ ਨੇ ਕਹਿਣਾ ਪਾਪ ਤੇ ਪਾਪ ਹੈ, ਪਰ ਮੰਨ ਲਓ ਇੱਕ ਛੋਟਾ ਪਾਪ ਹੈ, ਕੋਈ ਥੋੜ੍ਹਾ ਬਹੁਤਾ ਬੰਦਾ ਚੋਰੀ ਕਰਦਾ ਜਾਂ ਕੁਛ ਕਰਦਾ ਇਹੋ ਜਿਹਾ ਹੈ। ਇੱਕ ਬੰਦਾ ਇਸ ਤਲ 'ਤੇ ਪਾਪ ਕਰਦਾ ਵੀ ਉਹ ਬੰਦਾ ਹੀ ਮਾਰੀ ਜਾਂਦਾ ਹੈ, ਕਈਆਂ ਦਾ ਘਾਣ ਕਰ ਦਿੰਦਾ ਉਹ। ਇਸ ਤਰ੍ਹਾਂ ਵੈਸੇ ਪੁਰਾਤਨ ਧਾਰਮਿਕ ਗ੍ਰੰਥਾਂ ਦੇ ਵਿੱਚ ਇਹ 4 ਵੱਡੇ ਬੱਜਰ ਪਾਪ ਲਿਖੇ ਗਏ, 4। ਅਤੇ ਇਹ ਜਿਹੜੇ 4 ਨੇ ਨਾ, ਮਹਾਰਾਜ ਕਹਿੰਦੇ ਇਹ 4 ਤੇ ਕੀਤੇ ਹੀ ਕੀਤੇ। ਜਿਹੜਾ ਬੰਦਾ ਰੱਬ ਦੇ ਨਾਮ ਨੂੰ ਭੁੱਲ ਜਾਵੇ ਉਹ ਰੱਬ ਦਾ, ਉਹ ਵੱਡੇ ਕਿਲਬਿਖ ਕਰਨ ਵਾਲਿਆਂ ਨਾਲੋਂ ਵੀ ਵੱਡਾ ਅਪਰਾਧੀ ਹੈ। ਜਿਹੜਾ ਬੰਦਾ ਰੱਬ ਦਾ ਨਾਮ ਜਪੇ ਉਹਦੇ ਕਿਲਬਿਖ ਉਤਰ ਜਾਂਦੇ ਆ, ਪਰ ਜਿਹੜਾ ਬੰਦਾ ਰੱਬ ਦਾ ਨਾਮ ਨਹੀਂ ਜਪਦਾ ਉਹ ਕਿਲਬਿਖ ਪਾਪ ਕਰਨ ਵਾਲਿਆਂ ਨੂੰ ਵੀ ਵੱਡਾ ਗੁਨਾਹਗਾਰ ਆ। ਸਮਝਿਓ ਮੇਰੀ ਇਹ ਬੇਨਤੀ। ਬਾਣੀ 'ਚੋਂ ਮੈਂ ਇੱਕ ਆਪਾਂ ਉਦਾਹਰਨ ਲੈਂਦੇ ਹਾਂ। ਵਾਰਾਂ ਤੇ ਵਧੀਕ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਬ੍ਰਾਹਮਣ ਕੈਲੀ ਘਾਤ ਕੰਜਕਾਂ ਅਣਚਾਰੀ ਕਾ ਧਾਨ। ਬ੍ਰਾਹਮਣ ਚਲੋ ਪਿੱਛੇ ਭਾਵੇਂ ਸਮਝਿਆ ਜਾਂਦਾ ਸੀ ਬ੍ਰਾਹਮਣ ਦੀ ਹੱਤਿਆ ਕਰਨ ਵਾਲਾ, ਪਰ ਸਤਿਗੁਰੂ ਨੇ ਸਾਨੂੰ ਬਾਣੀ ਵਿੱਚ ਦੱਸਿਆ ਹੈ ਕਿ ਬ੍ਰਾਹਮਣ ਉਹ ਹੈ ਜਿਸ ਦਾ ਮਨ ਬ੍ਰਹਮ ਦੇ ਵਿੱਚ ਲੱਗਾ। ਕਹੋ ਕਬੀਰ ਜੋ ਬ੍ਰਹਮ ਵਿਚਾਰੈ ਸੋ ਬ੍ਰਾਹਮਣ ਕਹੀਅਤ ਹੈ ਹਮਾਰੇ। ਇੱਥੇ ਸਿਰਫ ਮੇਰਾ ਬੇਨਤੀ ਕਰਨ ਦਾ ਇੰਨਾ ਹੀ ਭਾਵ ਹੈ, ਜੇ ਆਪਾਂ ਇਹਦੇ ਅਰਥ ਕਰੀਏ ਚਾਹੇ ਬ੍ਰਾਹਮਣ ਨੂੰ ਮਾਰਨ ਵਾਲਾ ਰੱਬ ਦੇ ਨਾਲ ਜੁੜੇ ਬੰਦੇ ਦਾ ਕਤਲ ਕਰਨ ਵਾਲਾ ਕੋਈ ਹੋਵੇ, ਕਿਲਬਿਖ ਪਾਪਾਂ ਦੇ ਵਿੱਚ ਕੀ ਆਉਂਦਾ? ਬ੍ਰਾਹਮਣ, ਕੈਲੀ, ਕੈਲੀ ਕਹਿੰਦੇ ਗਾਂ ਨੂੰ, ਗਾਂ ਦਾ ਘਾਤ ਕਰਨ ਵਾਲਾ। ਤੀਸਰਾ ਜਿਹੜਾ ਹੈ ਕੁੜੀ ਮਾਰ ਧੀ ਦਾ ਕਤਲ ਕਰਨ ਵਾਲਾ, ਜਿਸ ਨੂੰ ਗੁਰੂ ਘਰ ਦੇ ਵਿੱਚ ਵੀ ਮਹਾਰਾਜ ਨੇ ਵਰਜਿਆ ਹੈ ਵੀ ਨਹੀਂ, ਉਹਦੇ ਨਾਲ ਵਰਤਣਾ ਨਹੀਂ। ਤੀਜਾ ਪਾਪ ਇਹ ਕੋਈ ਕਰੇ, ਬ੍ਰਾਹਮਣ ਕੈਲੀ ਘਾਤ ਕੰਜਕਾਂ ਅਣਚਾਰੀ ਕਾ ਧਾਨ। ਅਤੇ ਚੌਥਾ ਜਿਹੜਾ ਪਾਪ ਹੈ ਉਹ ਹੈ ਜੇ ਕੋਈ ਬੰਦਾ ਗਲਤ ਤਰੀਕੇ ਦੀ ਕਮਾਈ ਕਰਦਾ ਹੈ, ਹਰਾਮ ਦੀ ਕਮਾਈ ਕਰਦਾ, ਉਹ ਖਾਣੀ। ਇਹ 4 ਵੱਡੇ ਪਾਪ ਨੇ। ਇਹਨਾਂ ਨੂੰ ਮਹਾਰਾਜ ਨੇ ਇੱਕ ਬਾਣੀ 'ਚ ਹੋਰ ਲਿਖਿਆ ਹੈ, ਚਾਰੇ ਕਿਲ ਬਿਖੋਨ ਅੱਗ ਕੀਏ ਹੋਆ ਅਸੁਰ ਸੰਘਾਰ। ਜੇ ਕੋਈ ਇਹੋ ਜਿਹੇ 4 ਵੱਡੇ ਪਾਪ ਕਰਨ ਵਾਲਾ ਹੈ ਨਾ, ਬ੍ਰਾਹਮਣ ਕੈਲੀ ਘਾਤ ਕੰਜਕਾਂ ਅਣਚਾਰੀ ਕਾ ਧਾਨ, ਫਿਟਕ ਫਿਟਕਾਂ ਕੋੜ ਬਧੀਆਂ ਸਦਾ ਸਦਾ ਅਭਿਮਾਨ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹੋ ਜਿਹਾ ਬੰਦਾ ਜਿਹੜਾ ਹੈ ਜਿਹਨੂੰ ਬਦੀਆਂ ਦਾ ਕੋੜ ਚੰਬੜਿਆ ਹੋਵੇ, ਬਰਿਆਈਆਂ ਦਾ ਕੋੜ ਚਿੰਬੜਿਆ ਹੋਵੇ, ਦਿਨੇ ਰਾਤ ਉਹਨੂੰ ਫਿਟਕਾਂ ਹੀ ਪੈਂਦੀਆਂ ਹੋਣ, ਹੰਕਾਰੀ ਹੋਵੇ, ਪਾਹੇ ਏਤੇ ਜਾਹੇ ਵਿਸਰ ਨਾਨਕਾ ਇੱਕ ਨਾਮ। ਮਹਾਰਾਜ ਕਹਿੰਦੇ ਇੱਕ ਰੱਬ ਦਾ ਨਾਮ ਜਪ, ਤੇ ਜਿਹੜਾ ਇੰਨੇ ਪਾਪਾਂ ਦੇ ਵਿੱਚ ਵੀ ਪ੍ਰਵਿਰਤ ਹੋਇਆ ਏ ਉਹ ਪਰਮਾਤਮਾ ਦਾ ਨਾਮ ਜਪ ਕੇ ਤਰ ਜਾਏਗਾ। ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ ਕੇ ਤਰ ਜਾਏਗਾ, ਉਹਦੇ ਤੇ ਬਖਸ਼ਿਸ਼ ਹੋ ਜਾਏਗੀ। ਐਸਾ ਹੈ ਪ੍ਰਭੂ ਦਾ ਨਾਮ
ਕਿਲ ਬਿਖ ਕਾਟੈ ਹੋਏ ਨਿਰਮਲਾ। ਤਾਈਓ ਮਹਾਰਾਜ ਕਹਿੰਦੇ ਨੇ ਸਾਧ ਸੰਗਤ ਜੀ, ਜਦੋਂ ਆਪਾਂ ਜਪਜੀ ਸਾਹਿਬ ਦਾ ਬਚਨ ਪੜ੍ਹਦੇ ਤੇ ਮਹਾਰਾਜ ਉੱਥੇ ਹੀ ਨਿਚੋੜ ਕੱਢ ਆਏ ਆ, ਭਰੀਐ ਮਤ ਪਾਪਾਂ ਕੈ ਸੰਗ ਧੋਪੈ ਨਾਵੈ ਕੇ ਰੰਗ। ਪਰਮਾਤਮਾ ਦਾ ਨਾਮ ਜਪ, ਇਹ ਤੇਰੇ ਪਾਪਾਂ ਨੂੰ ਕੱਟ ਦੇਗਾ, ਬਲਕਿ ਕੱਟੇ ਪਾਪ ਅਸੰਖ ਨਾਵੈ ਇੱਕ ਕਣੀ। ਜਨਮਾਂ ਜਨਮਾਂਤਰਾਂ ਦੀ ਮਲ ਇਸ ਨਾਮ ਦੇ ਨਾਲ ਉਤਰ ਜਾਂਦੀ ਹੈ। ਹਲਤ ਪਲਤ ਮੋਖੀ ਉਜਲਾ, ਨਹਿ ਪੋਹੈ ਤਿਸ ਮਾਏ। ਹਲਤ ਪਲਤ ਤੋਂ ਭਾਵ ਹੈ ਲੋਕ ਤੇ ਪਰਲੋਕ ਵਿੱਚ, ਉਜੜਾ ਤੋਂ ਭਾਵ ਹੈ ਇੱਜ਼ਤ ਮਿਲਣੀ, ਸਤਿਕਾਰ ਮਿਲਣਾ, ਰਿਸਪੈਕਟ ਹੋਣੀ ਹਰੇਕ ਜਗ੍ਹਾ ਤੇ, ਇੱਥੇ ਦੁਨੀਆ ਵਿੱਚ ਵੀ ਤੇ ਰੱਬੀ ਦਰ ਤੇ ਵੀ। ਜਿਵੇਂ ਮਹਾਰਾਜ ਜਪਜੀ ਸਾਹਿਬ ਬਾਣੀ ਦੇ ਅਖੀਰ ਫਰਮਾਨ ਕਰਦੇ ਨੇ ਨਾ, ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿੱਥੇ ਉਹਨਾਂ ਦੇ ਮੂੰਹ ਉਜੜੇ ਹੁੰਦੇ ਆ, ਉਹਨਾਂ ਨੂੰ ਰੱਬੀ ਦਰ ਤੇ ਵਡਿਆਈਆਂ ਮਿਲਦੀਆਂ, ਦੁਨੀਆ 'ਚ ਵਡਿਆਈਆਂ ਮਿਲਦੀਆਂ ਪਰਮਾਤਮਾ ਦੇ ਨਾਮ ਕਰਕੇ। ਮਹਾਰਾਜ ਕਹਿੰਦੇ ਉਹ ਹੋਰਨਾਂ ਦਾ ਵੀ ਜਿਹੜਾ ਹੈ ਕਈ ਕੁਝ ਜੀਵਨ ਸਵਾਰ ਦਿੰਦੇ। ਇੰਜ ਦੂਸਰਾ ਬਚਨ ਸਤਿਗੁਰੂ ਕਹਿੰਦੇ, ਪੋਹੇ ਦਾ ਅਰਥ ਹੁੰਦਾ ਵੀ ਛੋਹ ਨਾ ਸਕੇ, ਨਹਿ ਪੋਹੈ ਤਿਸ ਮਾਏ। ਸੰਸਾਰ ਦੀ ਮਾਇਆ ਉਹਨੂੰ ਪੋਹ ਨਹੀਂ ਸਕਦੀ। ਹੁਣ ਇੱਥੇ ਨਾ ਸਾਧ ਸੰਗਤ ਇੱਕ ਸਵਾਲ ਫਿਰ ਖੜਾ ਹੁੰਦਾ, ਮੈਂ ਛੋਟੀ ਜੀ ਬੇਨਤੀ ਕਰਾਂ। ਦਰਅਸਲ ਅਸੀਂ ਸਾਰਿਆਂ ਨੇ ਇੱਕ ਗੱਲ ਸਮਝ ਲਈ ਆ ਵੀ ਜਿਹੜਾ ਪੈਸਾ ਮਾਇਆ ਨਾ, ਉਹ ਕਰੰਸੀ ਆ, ਮਨੀ ਜਿਸ ਨੂੰ ਕਹਿੰਦੇ ਆਪਾਂ, ਵੀ ਬਸ ਇਹੋ ਹੀ ਮਾਇਆ, ਹੋਰ ਕੋਈ ਨਹੀਂ। ਤੇ ਸਾਡੇ ਗੁਰੂ ਸਾਹਿਬਾਂ ਨੇ ਬਹੁਤ ਵੱਡੀਆਂ ਬਖਸ਼ਿਸ਼ਾਂ ਦੁਨੀਆ 'ਤੇ ਕੀਤੀਆਂ, ਮਨੁੱਖਤਾ 'ਤੇ ਕੀਤੀਆਂ, ਸ੍ਰਿਸ਼ਟੀ 'ਤੇ ਕੀਤੀਆਂ ਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਗੁਰਪੁਰਬ ਆ ਰਿਹਾ ਏ ਆਉਣ ਵਾਲੇ ਦਿਨਾਂ 'ਚ, ਤੇ ਕਿਸੇ ਵੀ ਚੀਜ਼ ਦੀ ਅਸੀਂ ਪਰਿਭਾਸ਼ਾ, ਡੈਫੀਨੇਸ਼ਨ ਲੱਭਣੀ ਹੋਵੇ ਨਾ, ਤੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹਦੇ ਸਾਨੂੰ ਉਹਦੇ 'ਚੋਂ ਲੱਭ ਜਾਂਦੀ ਵੀ ਗੁਰਸਿੱਖ ਕਿਹਨੂੰ ਕਹਿੰਦੇ ਆ, ਸੰਤ ਕਿਹਨੂੰ ਕਹਿੰਦੇ ਆ, ਸਾਧੂ ਕਿਹਨੂੰ ਕਹਿੰਦੇ ਆ, ਚੋਰ ਕਿਹਨੂੰ ਕਹਿੰਦੇ ਆ, ਕੋਈ ਵੀ ਚੀਜ਼ ਜਿਹੜੀ ਹੈ, ਸੁਹਾਗਣ ਕਿਹਨੂੰ ਕਹਿੰਦੇ ਆ, ਦੁਹਾਗਣ ਕਿਹਨੂੰ ਕਹਿੰਦੇ ਆ, ਉਹ ਹਰੇਕ ਚੀਜ਼ ਦੀ ਪਰਿਭਾਸ਼ਾ ਸਤਿਗੁਰੂ ਨੇ ਸਾਨੂੰ ਬਾਣੀ 'ਚ ਦਿੱਤੀ। ਅਸੀਂ ਹੁਣ ਜਿਹੜੀ ਸਾਡੀ ਪਰਿਭਾਸ਼ਾ ਹੋਰ ਆ, ਤੇ ਜੋ ਗੁਰੂ ਗ੍ਰੰਥ ਸਾਹਿਬ ਸਮਝਾਉਂਦੇ ਆ, ਅਸਲ ਚੀਜ਼ ਉਹ ਆ। ਅਸੀਂ ਮਾਇਆ ਦੀ ਪਰਿਭਾਸ਼ਾ ਰੱਖ ਲਈ ਵੀ ਨਿਰੇ ਪੈਸੇ, ਵੀ ਜਿਹੜੇ ਬੰਦਾ ਸਿਰਫ ਦਿਨ ਰਾਤ ਪੈਸੇ ਕਮਾਈ ਜਾਂਦਾ ਨਾ, ਤੇ ਉਹ ਉਹਦੇ 'ਚ ਡੁੱਬਾ ਪਿਆ। ਪਰ ਪੈਸੇ ਤੇ ਬੜੇ ਹੀ ਬਾਬਾ ਮੱਖਣ ਸ਼ਾਹ ਦੇ ਕੋਲ ਵੀ, ਬੜੇ ਵੱਡੇ ਵੱਡੇ ਗੁਰੂ ਮਹਾਰਾਜ ਦੇ ਸਿੱਖ ਹੋਏ ਅਮੀਰ, ਪਰ ਉਹਨਾਂ ਨੂੰ ਉਹ ਮਾਇਆ ਪੋਹ ਨਹੀਂ ਸਕੀ। ਹਾਂ, ਮਾਇਆ ਦੀ ਪਰਿਭਾਸ਼ਾ ਹੈ, ਇੱਥੇ ਮਾਏ ਸ਼ਬਦ ਆ ਗਿਆ ਕਰਕੇ ਮੈਂ ਤਾਂ ਲੱਗਾ ਬੇਨਤੀ ਕਰਨ। ਸਤਿਗੁਰੂ ਮਹਾਰਾਜ ਕਹਿੰਦੇ ਮਾਇਆ ਕਿਸ ਨੂੰ ਆਖੀ ਹੈ, ਕਿਆ ਮਾਇਆ ਕਰਮ ਕਮਾਏ। ਕਿਸ ਨੂੰ ਮਾਇਆ ਕਿਹਾ ਜਾਂਦਾ ਹੈ, ਇਹ ਸਵਾਲ ਹੈ ਪਹਿਲੀ ਲਾਈਨ ਵਿੱਚ, ਪਹਿਲੀ ਪੰਕਤੀ 'ਚ। ਮਾਇਆ ਕਿਸ ਨੂੰ ਆਖੀ ਹੈ, ਕਿਆ ਮਾਇਆ ਕਰਮ ਕਮਾਏ। ਜੇ ਲੱਭਣਾ ਹੋਵੇ ਵੀ ਮਾਇਆ ਕਿਸ ਨੂੰ ਕਹਿੰਦੇ ਆ, ਤੇ ਮਾਇਆ ਕਰਦੀ ਕੀ ਆ, ਸਾਨੂੰ ਕੋਈ ਸਵਾਲ ਕਰੇ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਉੱਤਰ ਦੇਣਾ, ਦੁੱਖ ਸੁੱਖ ਇਹੋ ਜਿਹੀਓ ਬੰਧ ਹੈ, ਹਉਮੈ ਕਰਮ ਕਮਾਏ। ਜਦੋਂ ਬੰਦਾ ਹਉਮੈ ਵਿੱਚ ਪੈ ਕੇ ਕੰਮ ਕਰਦਾ ਨਾ, ਆਹ ਕੀਤਾ ਮੈਂ ਕੀਤਾ, ਤੇ ਸਮਝੋ ਉੱਥੇ ਮਾਇਆ ਪੈ ਗਈ। ਜਦੋਂ ਬੰਦਾ ਇਹੋ ਕਹਿੰਦਾ ਨਾ ਵੀ ਦੁੱਖਾਂ 'ਚੋਂ ਨਿਕਲ ਜਾਵਾਂ, ਦਿਨੇ ਰਾਤ ਸੌਖੀ ਹੋਣ, ਕੱਲੇ ਸੁੱਖਾਂ ਲਈ ਹੱਥ ਪੈਰ ਮਾਰੇ, ਤੇ ਸਮਝ ਲਓ ਉੱਥੇ ਵੀ ਮਾਇਆ ਦਾ ਅਸਰ ਹੈ। ਜਿੱਥੇ ਫਿਰ ਰੱਬ ਵਿਸਰ ਜਾਵੇ, ਇਹ ਮਾਇਆ ਜਿਤ ਹਰ ਵਿਸਰੇ। ਸਤਿਗੁਰੂ ਮਹਾਰਾਜ ਨੇ ਉਹ ਦੱਸਿਆ ਹੈ ਗੱਲ ਕਿ ਜੋ ਗੁਰੂ ਸਾਹਿਬ ਨੇ ਸਾਨੂੰ ਮਾਇਆ ਦੀ ਪਰਿਭਾਸ਼ਾ ਦੱਸੀ ਹੈ, ਜਿੱਥੇ ਦੁੱਖਾਂ ਸੁੱਖਾਂ ਤੋਂ ਉੱਪਰ ਉੱਠ ਜਾਵੇ, ਜਿੱਥੇ ਕੋਈ ਹਉਮੈ ਨਾ ਅਸਰ ਕਰ ਸਕੇ, ਉਹ ਮਾਇਆ ਰੱਬੀ ਪਿਆਰੇ ਨੂੰ ਪੋਹ ਨਹੀਂ ਸਕਦੀ। ਜੋ ਪ੍ਰਭੂ ਦਾ ਨਾਮ ਜਪਦਾ ਹੈ, ਉਹਦੇ ਗੁਣਾਂ ਦੀ ਵਿਚਾਰ ਕਰਦਾ ਹੈ। ਹਲਤ ਪਲਤ ਮੁਖ ਉਜਲਾ ਨਹਿ ਪੋਹੈ ਤਿਸ ਮਾਏ। ਸੋ ਸੁਰਤਾ ਸੋ ਬੈਸਨੋ ਸੋ ਗਿਆਨੀ ਧਨਵੰਤ। ਹੁਣ ਮਹਾਰਾਜ ਜੀ ਨੇ ਇੱਥੇ ਇਹ ਬਖਸ਼ਿਸ਼ ਕੀਤੀ ਆ ਵੀ ਪਹਿਲਾਂ ਲੋਕੀ ਪਤਾ ਕੀ ਕਹਿੰਦੇ ਸੀ, ਹੁਣ ਵੀ ਹਨ। ਕੋਈ ਕਹਿੰਦਾ ਹੈ ਮੈਂ ਸੁਰਤਾ ਹਾਂ, ਸੁਰਤਾ ਹੁੰਦਾ ਹੈ ਜਿਹਦੀ ਸੁਰਤ ਰੱਬ ਦੇ ਨਾਲ ਜੁੜੀ ਹੋਵੇ। ਤੇ ਕੋਈ ਕਹਿੰਦਾ ਮੈਂ ਵੈਸ਼ਨੋ ਹਾਂ, ਜਿਹੜਾ ਆਖੇ ਵੀ ਕਹਿ ਲਓ ਅੱਜ ਕੱਲ੍ਹ ਦੀ ਭਾਸ਼ਾ 'ਚ ਸ਼ਾਕਾਹਾਰੀ ਹਾਂ, ਜਾਂ ਮੈਂ ਕਿਤੇ ਕੁਝ ਛਕਦਾ ਨਹੀਂ। ਅਸਲੀ ਜਿਹੜਾ ਵੈਸ਼ਨੋ ਹੈ, ਉਹਦੀ ਪਰਿਭਾਸ਼ਾ ਵੀ ਮਹਾਰਾਜ ਨੇ ਰੱਖੀ ਸੁਖਮਨੀ ਸਾਹਿਬ ਦੇ ਵਿੱਚ, ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਰੱਖੀ ਹੈ ਵੀ ਵੈਸ਼ਨੋ ਕੈਸਾ ਹੋਵੇ। ਤੇ ਮਹਾਰਾਜ ਕਹਿੰਦੇ ਕੋਈ ਕਹਿੰਦਾ ਮੈਂ ਗਿਆਨੀ ਹਾਂ। ਅੱਛਾ, ਹੁਣ ਇੱਥੇ ਵੀ ਜੇ ਇਹ ਨਹੀਂ ਆ ਵੀ ਮੈਂ ਆ ਕੱਪੜੇ ਚੋਲਾ ਪਾ ਲਿਆ ਤੇ ਮੈਂ ਗਿਆਨੀ ਬਣ ਗਿਆ। ਜੇ ਗਿਆਨੀ ਦੀ ਪਰਿਭਾਸ਼ਾ ਪੜ੍ਹਨੀ ਹੋਵੇ ਤੇ 4 ਵਾਰ ਗੁਰੂ ਗ੍ਰੰਥ ਸਾਹਿਬ 'ਚ ਦਿੱਤੀ ਮਹਾਰਾਜ ਨੇ। ਨਾਨਕ ਗਿਆਨੀ ਜਗ ਜੀਤਾ ਸਭ ਕੋਏ।
ਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਜਿੱਥੇ ਕਿਹਾ ਨਾ ਵੀ ਜਿਹੜਾ ਆਪ ਨਹੀਂ ਡਰਦਾ ਤੇ ਕਿਸੇ ਨੂੰ ਨਹੀਂ ਡਰਾਉਂਦਾ ਉਹ ਹੈ ਗਿਆਨੀ। ਭੈ ਕਾਹੂ ਕੋ ਦੇਤਨੇ ਨਹਿ ਭੈ ਮਾਨ ਧਿਆਨ, ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਂ ਹੈ ਬਖਾਨ। ਵੀ ਹੁਣ ਜੇ ਕੋਈ ਬਾਹਰੋਂ ਆਖੀ ਜਾਵੇ ਜੀ ਮੈਂ ਗਿਆਨੀ ਆ, ਅਗਲਾ ਬਚਨ ਮਾਰੇ ਕਹਿੰਦੇ ਧਨਵੰਤ ਕੋਈ ਆਖੇ ਮੈਂ ਪੈਸੇ ਵਾਲਾ, ਫਿਰ ਉੱਥੇ ਗੱਲ ਆ ਗਈ ਵੀ ਦੁਨੀਆ ਦੀ ਕਰੰਸੀ ਵਾਲਾ ਕਹਿੰਦਾ ਮੈਂ ਪੈਸੇ ਵਾਲਾ, ਪਰ ਨਹੀਂ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੇਖੋ ਜੇ ਫਿਰ ਕੋਈ ਆਖੇ ਮੈਂ ਸੂਰਮਾ ਹੈ ਤੇ ਜੇ ਉਹਦੇ ਕੋਲ ਨਾਮ ਹੈ ਨਹੀਂ ਤੇ ਮਾਰੇ ਕਹਿੰਦੇ ਉਹ ਕਾਹਦਾ ਸੂਰਮਾ। ਫਿਰ ਅਗਲਾ ਬਚਨ ਹੈ ਵੀ ਉੱਚੀ ਕੁੱਲ ਵਾਲਾ, ਉੱਚੀ ਕੁੱਲ ਵਾਲਾ ਆਖੇ ਵੀ ਮੈਂ ਮੇਰੀ ਬੜੀ ਉੱਚੀ ਕੁੱਲ ਆ, ਜੇ ਨਾਮ ਹੈ ਨਹੀਂ ਕੋਲ ਤੇ ਫਿਰ ਕਾਹਦੀ ਕੁੱਲ ਆ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਸ ਦੇ ਹਿਰਦੇ ਵਿੱਚ ਨਾਮ ਹੈ, ਜੋ ਪ੍ਰਭੂ ਪਰਮਾਤਮਾ ਨੂੰ ਜਪਦਾ ਹੈ, ਜੋ ਰੱਬ ਦੇ ਚਰਨਾਂ ਦੇ ਨਾਲ ਜੁੜਿਆ ਹੈ, ਅਸਲੀ ਸੁਰਤਾ ਉਹ ਹੈ, ਅਸਲੀ ਸੁਰਤੀ ਉਹਦੀ ਰੱਬ ਦੇ ਨਾਲ ਜੁੜੀ ਹੋਈ ਹੈ। ਜਿੱਥੇ ਰੱਬੀ ਨਾਮ ਨੂੰ ਜਪਣ ਵਾਲਾ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜਿਆ ਹੋਇਆ ਹੈ ਨਾ ਸੁਰਤਾ, ਉੱਥੇ ਇੱਕ ਹੋਰ ਬੇਨਤੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ, ਇਹ ਧੁਰਕੀ ਬਾਣੀ ਗੁਰੂ ਸਾਹਿਬਾਂ ਨੇ ਭਗਤਾਂ ਨੇ ਸਾਨੂੰ ਲਿਆ ਕੇ ਦਿੱਤੀ ਹੈ। ਅਕਾਲ ਪੁਰਖ ਤੋਂ ਆਈ ਉਹਨਾਂ ਦੇ ਹਿਰਦਿਆਂ ਵਿੱਚ, ਉਹਨਾਂ ਮਨੁੱਖਤਾ ਦੇ ਭਲੇ ਲਈ ਸਾਨੂੰ ਦਿੱਤੀ। ਤੇ ਸੱਚੇ ਪਾਤਸ਼ਾਹ ਨੇ ਇੱਕ ਬਚਨ ਕੀਤਾ, ਗੁਰਮੁਖ ਆਖੀ ਗੁਰਮੁਖ ਜਾਤੀ, ਅੰਮ੍ਰਿਤ ਬਾਣੀ ਤਤ ਵਖਾਣੀ ਗਿਆਨ ਧਿਆਨ ਵਿੱਚ ਆਈ। ਗੁਰਮੁਖ ਆਖੀ ਗੁਰਮੁਖ ਜਾਤੀ, ਸੁਰਤੀ ਕਰਮ ਧਿਆਈ। ਜਿਹੜੇ ਸੁਰਤੇ ਸੀ ਨਾ ਉੱਚੀ ਸੁਰਤ ਵਾਲੇ ਰੱਬੀ ਪਿਆਰੇ, ਉਹਨਾਂ ਨੇ ਪ੍ਰਭੂ ਦੀ ਬਖਸ਼ਿਸ਼ ਦੇ ਨਾਲ ਇਸ ਨੂੰ ਧਿਆਇਆ। ਉਹਨਾਂ ਨੂੰ ਵੀ ਸਤਿਗੁਰੂ ਨੇ ਸੁਰਤੇ ਆਖਿਆ। ਇੱਥੇ ਹੈ ਜਿਹੜਾ ਰੱਬੀ ਨਾਮ ਜਪਦਾ ਹੈ, ਪ੍ਰਭੂ ਨੂੰ ਚੇਤੇ ਕਰਦਾ, ਅਸਲੀ ਸੁਰਤਾ ਉਹ ਹੈ। ਸੋ ਸੁਰਤਾ ਸੋ ਵੈਸ਼ਨੋ, ਉਹੋ ਹੀ ਵੈਸ਼ਨੋ ਹੈ। ਸੋ ਗਿਆਨੀ ਧਨਵੰਤ, ਰੱਬੀ ਨਾਮ ਨੂੰ ਜਪਣ ਵਾਲਾ ਹੀ ਗਿਆਨੀ ਹੈ। ਤੇ ਪਰਮਾਤਮਾ ਦੇ ਨਾਮ ਦਾ ਧਨ ਜਿਸ ਨੇ ਇਕੱਠਾ ਕੀਤਾ, ਉਹੋ ਹੀ ਵੱਡਾ ਧਨਵਾਨ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਦੁਨੀਆ ਦੇ ਵਿੱਚ ਜਿਹੜੇ ਨੇ ਨਾ ਨਿਰੇ ਧਨ ਵਾਲੇ, ਨਿਰੇ ਸੰਸਾਰਕ ਧਨ ਵਾਲੇ, ਉਹ ਤੇ ਮੰਗਤੇ ਨੇ, ਉਹ ਤੇ ਫਕੀਰ ਨੇ, ਉਹ ਤੇ ਫਕੀਰ ਨੇ, ਉਹ ਤੇ ਮੰਗਤੇ ਨੇ। ਪਰ ਮੇਰਿਆ ਪਾਤਸ਼ਾਹ ਰੱਬਾ, ਜਿਨ੍ਹਾਂ ਦੇ ਹਿਰਦਿਆਂ 'ਚ ਤੂੰ ਵਸਦਾ ਹੈ ਨਾ, ਅਸਲੀ ਧਨ ਵਾਲੇ ਉਹ ਨੇ। ਜਿਨ ਕੈ ਪੱਲੇ ਧਨ ਵਸੈ, ਤਿਨ ਕਾ ਨਾਉ ਫਕੀਰ। ਇਹ ਪਹਿਲੀ ਪੰਕਤੀ ਵਿੱਚ ਧਨ ਦਾ ਅਰਥ ਕੀਤਾ ਦੁਨੀਆ ਦਾ ਪੈਸਾ, ਤੇ ਫਕੀਰ ਦਾ ਅਰਥ ਹੈ ਮੰਗਤਾ। ਜਿਨ ਕੈ ਪੱਲੇ ਧਨ ਵਸੈ, ਤਿਨ ਕਾ ਨਾਉ ਫਕੀਰ। ਜਿਨ ਕੈ ਹਿਰਦੈ ਤੂੰ ਵਸੈ, ਤੇ ਨਰ ਗੁਣੀ ਗਹੀਰ। ਮਹਾਰਾਜ ਜਿਨ੍ਹਾਂ ਦੇ ਹਿਰਦਿਆਂ 'ਚ ਤੂੰ ਵਸਦਾ, ਜਿਨ੍ਹਾਂ ਦੇ ਹਿਰਦਿਆਂ 'ਚ ਨਾਮ ਹੈ, ਉਹ ਨੇ ਗੁਣਾਂ ਦੇ ਖਜ਼ਾਨੇ। ਧਨਵੰਤ ਨਾਮ ਕੇ ਵਣਜਾਰੇ, ਅਸਲੀ ਧਨਵਾਨ ਉਹ ਹਨ। ਸੋ ਸੂਰਾ ਕੁਲਵੰਤ ਸੋਏ, ਸੂਰਮਾ ਵੀ ਉਹੀ ਹੈ। ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀਅਤ ਹੈ ਸੂਰਾ। ਰੱਬੀ ਨਾਮ ਜਪਣ ਵਾਲਾ ਸੂਰਮਾ ਹੈ। ਤੇ ਕੁਲਵੰਤ ਉੱਚੀ ਕੁੱਲ ਵਾਲਾ ਵੀ ਉਹ ਹੈ ਜਿਸ ਨੇ ਪ੍ਰਭੂ ਦਾ ਨਾਮ ਜਪਿਆ। ਜਿਨ ਭਜਿਆ ਭਗਵੰਤ। ਸਾਧ ਸੰਗਤ ਇੱਥੇ ਇੱਕ ਬੇਨਤੀ ਹੈ, ਮਹਾਰਾਜ ਨੇ ਬਾਣੀ ਵਿੱਚ ਬੜਾ ਵੱਡਾ ਬਚਨ ਕੀਤਾ। ਸਤਿਗੁਰੂ ਦੇ ਸਾਰੇ ਹੀ ਬਚਨ ਅਗਮ ਅਗਾਧ ਨੇ, ਗੌਰੇ ਨੇ, ਬੜੇ ਵੱਡੇ ਵਜਨਦਾਰ ਨੇ। ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਹਰ ਤਿਨ ਕੈ ਕੁਲ ਪਰਸੂਤ ਨਾ ਕਰਿਓ, ਤਿਸ ਵਿਧਵਾ ਕਰ ਮਹਿਤਾਰੀ। ਮਹਾਰਾਜ ਜਿਹੜੇ ਤੇਰਾ ਨਾਮ ਨਹੀਂ ਨਾ ਜਪਦੇ, ਉਹਨਾਂ ਦੀ ਕੁਲ ਨੂੰ ਗਾਲ ਲੱਗੀ, ਉਹਨਾਂ ਦੀ ਕੁਲ ਨੂੰ ਕਲੰਕ ਲੱਗਾ ਹੈ, ਉਹਨਾਂ ਦੀ ਕੁਲ ਨੂੰ ਲੋਕ ਚੰਗਾ ਨਹੀਂ ਕਹਿੰਦੇ ਜਿਹੜੇ ਨਾਮ ਨਹੀਂ ਜਪਦੇ। ਤੇ ਜਿਹੜੇ ਨਾਮ ਨਹੀਂ ਨਾ ਜਪਦੇ, ਦਾਤਿਆ ਇੰਝ ਕਰ, ਉਹਨਾਂ ਦੀ ਕੁਲ ਦੇ ਵਿੱਚ ਕਿਸੇ ਨੂੰ ਜਨਮ ਨਾ ਦੇਈ। ਜਿਨਨੇ ਨਾਮ ਨਹੀਂ ਜਪਣਾ, ਪ੍ਰਭੂ ਨੂੰ ਚੇਤੇ ਨਹੀਂ ਕਰਨਾ, ਇਹੋ ਜੀ ਕੁਲ ਤੇ ਅਗਾਂਹ ਚੱਲੇ ਹੀ ਨਾ, ਉਸ ਮਾਂ ਨੂੰ ਵਿਧਵਾ ਕਰ ਦੇਈ। ਕਿਉਂਕਿ ਜੇ ਮਾਂ ਵਿਧਵਾ ਹੋਏਗੀ, ਘਰ ਦਾ ਨਹੀਂ ਹੋਏਗਾ, ਤੇ ਫਿਰ ਬੱਚੇ ਕਿੱਥੋਂ ਆਉਣੇ। ਤੇ ਇਸ ਵਿਧਵਾ ਕਰ ਮਹਿਤਾਰੀ। ਤੇ ਭਗਤ ਕਬੀਰ ਸਾਹਿਬ ਜੀ ਬੜੇ ਵੱਡੇ ਬਚਨ ਕਰਦੇ ਹੋ ਵੀ, ਉਹ ਕਹਿੰਦੇ ਜਿਹ ਕੁਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਭਈ ਮਹਿਤਾਰੀ। ਜਿਹੜੀ ਕੁਲ ਵਿੱਚ ਕੋਈ ਪੈਦਾ ਹੋ ਕੇ ਰੱਬੀ ਗਿਆਨ ਨੂੰ, ਪ੍ਰਭੂ ਦੇ ਨਾਮ ਨੂੰ ਹਾਸਲ ਨਹੀਂ ਕਰਦਾ, ਕੀ ਫਾਇਦਾ। ਸਤਿਗੁਰੂ ਮਹਾਰਾਜ ਜੀ ਕਹਿੰਦੇ ਇਸ ਲਈ ਜਿਨ੍ਹਾਂ ਨੇ ਰੱਬੀ ਨਾਮ ਜਪਿਆ, ਅਸਲੀ ਜਿਹੜੇ ਨੇ ਕੁੱਲ ਵਾਲੇ ਉਹੀ ਨੇ, ਅਸਲੀ ਉੱਚੇ ਉਹੀ ਨੇ। ਖੱਤਰੀ ਬ੍ਰਾਹਮਣ ਸੂਦ ਬੈਸ, ਉਧਰੈ ਸਿਮਰ ਚੰਡਾਲ। ਜਿਨ੍ਹਾਂ ਜਿਨ੍ਹਾਂ ਰੱਬ ਦਾ ਨਾਮ ਜਪਿਆ, ਚਾਹੇ ਉਹ ਕੋਈ ਖੱਤਰੀ ਸੀ, ਚਾਹੇ ਬ੍ਰਾਹਮਣ ਸੀ, ਚਾਹੇ ਸ਼ੂਦਰ, ਚਾਹੇ ਵੈਸ਼, ਇਹ ਚਾਰ ਸ਼੍ਰੇਣੀਆਂ ਜਿਹੜੀਆਂ ਪੁਰਾਤਨ ਬਣਾਈਆਂ ਹੋਈਆਂ ਸਨ,
ਸਾਡੇ ਦੇਸ਼ ਦੇ ਪੁਰਾਤਨ ਧਰਮ ਵਾਲਿਆਂ ਨੇ। ਮਹਾਰਾਜ ਕਹਿੰਦੇ ਚਾਰੇ ਹੀ ਜੇ ਰੱਬ ਦਾ ਨਾਮ ਜਪਣ ਤੇ ਕੱਲਾ ਖੱਤਰੀ ਬ੍ਰਾਹਮਣ ਨਹੀਂ, ਸਾਰਿਆਂ ਦਾ ਹੀ ਭਲਾ ਹੋ ਜਾਂਦਾ। ਚਾਹੇ ਕੋਈ ਚੰਡਾਲ ਵੀ ਹੋਵੇ ਨਾ, ਉਹਦਾ ਵੀ ਭਲਾ ਹੋ ਜਾਂਦਾ। ਭਗਤ ਰਵਿਦਾਸ ਜੀ ਦਾ ਇੱਕ ਬਚਨ ਹੈ, ਉਹ ਕਹਿੰਦੇ ਬੰਦਾ ਜਿੰਨੀ ਮਰਜ਼ੀ ਉੱਚੀ ਕੁੱਲ ਵਾਲਾ ਹੋਵੇ, ਜਿੰਨੇ ਮਰਜ਼ੀ ਚੰਗੇ ਕਰਮ ਕਰੇ, ਪਰ ਜੇ ਕਿਤੇ ਰੱਬ ਦਾ ਨਾਮ ਨੇ ਨਾ ਜਪਦਾ, ਉਹਨੂੰ ਰੱਬ ਦੇ ਘਰ ਦੀ ਗੱਲ ਨਹੀਂ ਚੰਗੀ ਲੱਗਦੀ ਤੇ ਉਹਦੀ ਆਦਤ ਉਹੋ ਜਿਹੀ ਹੈ, ਸਮਝ ਲਓ ਜਿਵੇਂ ਕੋਈ ਕੁੱਤਿਆਂ ਦਾ ਸ਼ਿਕਾਰ ਕਰਕੇ ਉਹਨਾਂ ਨੂੰ ਮਾਰ ਕੇ ਖਾਣ ਵਾਲਾ ਹੋਵੇ। ਖਟ ਕਰਮ ਕੁੱਲ ਸੰਯੁਗਤ ਹੈ, ਹਰ ਭਗਤ ਹਿਰਦੈ ਨਾਹੀਂ। ਖਟ ਕਰਮ ਹੁੰਦੇ 6 ਕਰਮ, ਜਗ ਕਰਨਾ ਤੇ ਜਗ ਕਰਾਉਣਾ, ਵਿਦਿਆ ਪੜ੍ਹਨੀ ਤੇ ਵਿਦਿਆ ਪੜ੍ਹਾਉਣੀ, ਦਾਨ ਦੇਣਾ ਤੇ ਦਾਨ ਲੈਣਾ। ਪੁਰਾਣੇ ਬ੍ਰਾਹਮਣ ਇਹ 6 ਕਰਮ ਕਰਦੇ ਸੀ। ਕਹਿੰਦੇ ਜੇ ਕੋਈ 6 ਕਰਮ ਕਰੇ ਪਰ ਹਿਰਦੇ ਦੇ ਵਿੱਚ ਰੱਬ ਦਾ ਨਾਮ ਨਹੀਂ ਆ ਨਾ, ਚਰਨਾਰ ਬਿੰਦ ਨਾ ਕਥਾ ਭਾਵੈ, ਸੁਪੱਚ ਤੁਲ ਸਮਾਨ। ਇਸ ਤਰ੍ਹਾਂ ਹੈ, ਉਹਦਾ ਜੀਵਨ ਮਹਾਰਾਜ ਕਹਿੰਦੇ ਚੰਗਾ ਨਹੀਂ। ਤੇ ਕਹਿੰਦੇ ਜੇ ਰੱਬ ਦਾ ਨਾਮ ਜਪਦਾ ਹੈ, ਚਾਹੇ ਚੰਡਾਲ ਹੋਵੇ ਚਾਹੇ ਕੋਈ ਹੋਵੇ, ਉਹਦਾ ਉਧਾਰ ਹੋ ਜਾਂਦਾ। ਅਜਾਮਲ ਗਜ ਗਨਕਾ ਪਤਿਤ ਕਰਮ ਕੀਨੇ, ਤੇਉ ਉਤਰ ਪਾਰ ਪਰੇ ਰਾਮ ਨਾਮ ਲੀਨੇ। ਇੰਨਾ ਪਵਿੱਤਰ ਹੈ ਪ੍ਰਭੂ ਦਾ, ਪਰਮਾਤਮਾ ਦਾ, ਅਕਾਲ ਪੁਰਖ ਦਾ ਨਾਮ। ਹਰ 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 ਹਰੇ, ਹਰ ਸਿਮਰਤ ਜਨ ਗਏ ਨਿਸਤਰ ਤਰੇ। ਹਰ ਕੇ ਨਾਮ ਕਬੀਰ ਉਜਾਗਰ, ਜਨਮ ਜਨਮ ਕੇ ਕਾਟੇ ਕਾਗਰ। ਨਿਮਤ ਨਾਮ ਦਿਓ ਦੂਧ ਪੀ ਆਇਆ, ਤਉ ਜਗ ਜਨਮ ਸੰਕਟ ਨਹੀਂ ਆਇਆ। ਜਨ ਰਵਿਦਾਸ ਰਾਮ ਰੰਗ ਰਾਤਾ। ਇੰਜ ਜਿਨ੍ਹਾਂ ਜਿਨ੍ਹਾਂ ਰੱਬ ਦਾ ਨਾਮ ਜਪਿਆ, ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ। ਪਰਮਾਤਮਾ ਦਾ ਨਾਮ ਜਪਣ ਵਾਲਿਆਂ ਦਾ ਉਧਾਰ ਹੋ ਗਿਆ, ਭਲਾ ਹੋ ਗਿਆ। ਕੱਲ ਅਸ਼ਟਮੀ ਦਾ ਦਿਨ ਸੀ ਤੇ ਸਾਡੇ ਬਹੁਤੇ ਹਿੰਦੂ ਭਰਾ ਜਿਹੜੇ ਨੇ ਨਾ, ਵੇਖੋ ਉਸ ਦਿਹਾੜੇ ਨੂੰ ਮਨਾਉਂਦੇ ਨੇ। ਤੇ ਉਹਦੇ ਵਿੱਚ ਇੱਕ ਬਚਨ ਆਉਂਦਾ ਹੈ ਵੀ ਜਿਵੇਂ ਮੰਨ ਲਓ ਪੂਤਨਾ ਸੀ ਜਿਹੜੀ, ਉਹਨਾਂ ਨੂੰ ਜਦੋਂ ਮਾਰਨ ਆਉਂਦੀ ਹੈ ਆਪਣੀ ਛਾਤੀ ਤੇ ਜ਼ਹਿਰ ਲਾ ਕੇ, ਤੇ ਉਹ ਉੱਥੇ ਕੀ ਹੁੰਦਾ ਹੈ ਵੀ ਉਹਦਾ ਪਾਰ ਉਤਾਰਾ ਜਿਹੜਾ ਹੈ ਹੋ ਜਾਂਦਾ। ਉਹ ਆਪਣੀ ਚਲੋ ਕੋਸ਼ਿਸ਼ ਕਰਦੀ ਮਾਰਨ ਦੀ, ਤੇ ਕ੍ਰਿਸ਼ਨ ਜੀ ਜਿਹੜੇ ਨੇ ਉਹਦਾ ਉਧਾਰ ਕਰਦੇ। ਇੱਕ ਗੱਲ। ਦੂਸਰਾ ਅਸੀਂ ਕਹਿੰਦੇ ਜਿਹੜੀ ਦ੍ਰੋਪਦੀ ਹੈ ਨਾ, ਦ੍ਰੋਪਦੀ ਜਦੋਂ ਉਹਦੀ ਇੱਜ਼ਤ ਜਾਣ ਲੱਗੀ ਤੇ ਉਹਨੂੰ ਉੱਥੋਂ ਬਚਾਇਆ ਕ੍ਰਿਸ਼ਨ ਜੀ ਨੇ। ਹਾਂ, ਜਦੋਂ ਅਸੀਂ ਇਹਨਾਂ ਗੱਲਾਂ ਦੇ ਮੁੱਢ ਵੱਲ ਜਾਵਾਂਗੇ, ਇੱਕ ਗੱਲ ਹੁੰਦੀ ਹੈ ਜਰੀਆ ਬਣਨਾ, ਸਬੱਬ ਬਣਨਾ। ਮੰਨ ਲਓ ਕੋਈ ਅਫਸਰ ਹੈ ਜਾਂ ਸਰਕਾਰ ਹੈ ਨਾ, ਉਹ ਤੁਹਾਡੇ ਭਲੇ ਲਈ ਕੋਈ ਗੱਲ ਸੋਚਦੀ ਹੈ, ਪਰ ਪਿੱਛੋਂ ਜਿਹੜਾ ਹੈ ਉਹ ਕਿਸੇ ਨੇ ਡਿਊਟੀ ਲਾਈ ਹੋਵੇ ਉਹਨਾਂ ਦੀ। ਇੱਥੇ ਕੋਈ ਮੰਨ ਲਓ ਜੀ ਮੈਂ ਆ ਗਿਆ ਤੁਹਾਨੂੰ ਕਥਾ ਸੁਣਾ ਰਿਹਾ, ਪਰ ਪਿੱਛੋਂ ਜਿਵੇਂ ਪ੍ਰਬੰਧ ਨੇ ਮੇਰੀ ਡਿਊਟੀ ਲਾਈ ਹੈ, ਇਸੇ ਤਰ੍ਹਾਂ ਕ੍ਰਿਸ਼ਨ ਜੀ ਮਹਾਰਾਜ ਭਲਾ ਕਰਨ ਵਾਸਤੇ ਆਏ, ਪਰ ਡਿਊਟੀ ਰੱਬ ਨੇ ਲਾਈ ਆ। ਤੇ ਮਹਾਰਾਜ ਕਹਿੰਦੇ ਉਧਾਰ ਤੇ ਭਲਾ ਰੱਬ ਦਾ ਨਾਮ ਕਰਦਾ ਏ। ਚਾਹੇ ਪੂਤਨਾ ਤਰੀਏ, ਉੱਥੇ ਇੱਕ ਬਚਨ ਲਿਖਿਆ ਬਾਣੀ 'ਚ, ਹਰ ਹਰ ਕਰਤ ਪੂਤਨਾ ਤਰੀ। ਹਰ ਹਰ ਕਰਤ ਪੂਤਨਾ ਤਰੀ, ਬਾਲ ਘਾਤਨੀ ਕਪਟੈ ਭਰੀ। ਹੁਣ ਚੰਡਾਲ ਹੋਰ ਕੀ ਹੁੰਦੇ ਨੇ, ਇਸ ਤਰ੍ਹਾਂ ਦੇ ਜਿਹੜੇ ਸੀਗੇ ਉਹ ਵੀ ਰੱਬੀ ਨਾਮ ਨਾਲ ਤਰ ਗਏ। ਤੇ ਜੇ ਕਿਤੇ ਦ੍ਰੋਪਦੀ ਦਾ ਭਲਾ ਹੋਇਆ ਤੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਬਚਨ ਹਨ, ਹਰ ਕੋ ਨਾਮ ਸਦਾ ਸੁਖਦਾਈ, ਜਾਂ ਕੋ ਸਿਮਰ ਅਜਾਮਲ ਉਧਰਿਓ, ਗਨ ਕਾਹੂ ਗਤ ਪਾਈ। ਪੰਚਾਲੀ ਕੋ ਰਾਜ ਸਭਾ ਮੈਂ, ਰਾਮ ਨਾਮ ਸੁਧ ਆਈ। ਪੰਚਾਲੀ, ਪੰਚਾਲ ਦੇਸ਼ ਦੇ ਰਾਜੇ ਦੀ ਧੀ, ਉਹਨੂੰ ਰੱਬੀ ਨਾਮ ਦਾ ਚੇਤਾ ਆਇਆ ਜਦੋਂ ਉਹਨੂੰ ਦੁਰਯੋਧਨ ਨੇ ਤੇ ਹੋਰਨਾਂ ਨੇ ਫੜਿਆ। ਉੱਥੇ ਪ੍ਰਮਾਤਮਾ ਨੇ ਨਾਮ ਉਹਦੀ ਲਾਜ ਰੱਖੀ। ਮਹਾਰਾਜ ਕਹਿੰਦੇ ਉਧਰੇ ਸਿਮਰ ਚੰਡਾਲ, ਸਾਰਿਆਂ ਦਾ ਰੱਬੀ ਨਾਮ ਕਿਵੇਂ ਭਲਾ ਕਰਦਾ ਹੈ। ਤੇ ਸਤਿਗੁਰੂ ਨੇ ਸਾਧ ਸੰਗਤ ਸਾਨੂੰ ਇੱਕ ਨਾ ਜੋੜਿਆ। ਚਲੋ ਇੱਕ ਪੰਕਤੀ ਰਹਿ ਗਈ, ਮੈਂ ਇੱਕੋ ਬੇਨਤੀ ਕਰਨੀ ਆ, ਸਮਾਂ ਹੋ ਗਿਆ, ਧਿਆਨ ਦਿਓ। ਬਹੁਤ ਵਿਦਵਾਨਾਂ ਦਾ ਕੀਮਤੀ ਬਚਨ ਹੈ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਵਿੱਚੋਂ ਇਹ। ਤੇ ਫਿਰ ਮੈਂ ਬਾਰ-ਬਾਰ ਬੇਨਤੀ ਕਰਦਾ, ਗੁਰੂ ਗ੍ਰੰਥ ਸਾਹਿਬ ਦਾ ਦਿਹਾੜਾ ਆ ਰਿਹਾ, ਅਸੀਂ ਆਪਣੇ ਇਸ ਗੁਰੂ ਗ੍ਰੰਥ ਸਾਹਿਬ ਦੀ ਮਹਿਮਾ ਸਮਝੀਏ। ਸਤਿਗੁਰੂ ਨੇ ਬੰਦੇ ਦੇ ਪਾਰ ਉਤਾਰੇ ਵਾਸਤੇ ਕਿਸੇ ਹੋਰ ਪਾਸੇ ਜਾਣ ਨੂੰ ਨਹੀਂ ਕਿਹਾ, ਸਿਰਫ ਇੱਕ ਦੀ ਗੱਲ ਕੀਤੀ। ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸ਼ੁਰੂ ਕਰਦੇ ਨੇ ਗੁਰੂ ਨਾਨਕ ਦੇਵ, ਤੇ ਕਹਿੰਦੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਦੀ ਗੱਲ ਕਰਦੇ ਨੇ, ਜਿਸ ਦਿਨ ਗੁਰੂ ਤੇਗ ਬਹਾਦਰ ਮਹਾਰਾਜ ਇਸ ਬਾਣੀ ਦੀ ਸੰਪੂਰਨਤਾ ਕਰਦੇ ਨੇ ਨਾ, ਉੱਥੇ ਜਿਹੜੇ 57 ਸ਼ਲੋਕ ਆ, 56 ਦੇ ਵਿੱਚ ਨਾਮ ਨਾਨਕ ਮੋਹਰ ਹੈ ਗੁਰੂ ਤੇਗ ਬਹਾਦਰ ਮਹਾਰਾਜ ਨੇ ਲਾਈ। ਤੇ ਜਦੋਂ 57ਵਾਂ ਉਚਾਰਨ ਕਰਦੇ ਨੇ ਤੇ ਮੇਰੇ ਗੁਰੂ ਤੇਗ ਬਹਾਦਰ ਪਾਤਸ਼ਾਹ ਉੱਥੇ ਨਾਨਕ ਨਾਮ ਆਪਣਾ ਵੀ ਹਟਾ ਲੈਂਦੇ ਨੇ। ਸਿਰਫ ਤੇ ਸਿਰਫ ਇੱਕ ਦੀ ਗੱਲ ਕਰਦੇ ਨੇ, ਰਾਮ ਨਾਮ ਉਰਮੈ ਗਹਿਓ
ਜਾਂ ਕੈ ਸਮ ਨਹੀਂ ਕੋਏ, ਜਿਹ ਸਿਮਰਤ ਸੰਕਟ ਮਿਟੈ, ਦਰਸ ਤੁਹਾਰੋ ਹੋਏ। ਧਿਆਨ ਦਿਓ, ਇਹਦੇ ਚ ਨਾਨਕ ਨਾਮ ਨਹੀਂ ਜਾਏਗਾ। ਜਦੋਂ ਸ਼ੁਰੂ ਕੀਤਾ ਹੈ ਮੇਰੇ ਸਤਿਗੁਰੂ ਨੇ, ਉੱਥੇ ਵੀ ਇੱਕ ਦੀ ਗੱਲ, ਤੇ ਜਦੋਂ ਅਖੀਰ ਤੇ ਸੰਪੂਰਨਤਾ ਕੀਤੀ ਇਸ ਬਾਣੀ ਦੀ, ਉੱਥੇ ਵੀ ਇੱਕ ਦੀ ਗੱਲ, ਵਿੱਚੋਂ ਆਪਣਾ ਆਪ ਵੀ ਹਟਾ ਲਿਆ। ਐਸੀ ਹੈ ਸਤਿਗੁਰੂ ਦੀ ਮਹਾਨਤਾ। ਤੇ ਮੇਰੇ ਮਾਲਕ ਕਹਿੰਦੇ ਇੱਕ ਨੂੰ ਸਿਮਰ, ਇੱਕ ਦੇ ਨਾਲ ਜੁੜ, ਤੇਰਾ ਭਲਾ ਹੋ ਜਾਏਗਾ। ਜਿਨ ਜਾਣਿਓ ਪ੍ਰਭ ਆਪਣਾ, ਨਾਨਕ ਤਿਸਹਿ ਰਵਾਲ। ਰਵਾਲ ਦਾ ਅਰਥ ਹੁੰਦਾ ਚਰਨ ਧੂੜੀ। ਹੁਣ ਜਿਨ੍ਹਾਂ ਨੇ ਆਪਣੇ ਇੱਕ ਪ੍ਰਭੂ ਨੂੰ ਜਾਣ ਲਿਆ, ਸੱਚੇ ਪਾਤਸ਼ਾਹ ਕਹਿੰਦੇ ਮੈਂ ਉਹਨਾਂ ਦੀ ਚਰਨ ਧੂੜ ਮੰਗਦਾ ਹਾਂ, ਮਾਰੀ ਕਿਰਪਾ ਕਰ। ਜਿਹੜੇ ਤੇਰੇ ਇੱਕ ਦੀ ਸ਼ਰਨੀ ਪੈਂਦੇ ਨੇ, ਸਤਿਗੁਰੂ ਦਾਤੇ ਨੇ ਕਿਰਪਾ ਕਰਕੇ ਜਿੱਥੇ ਥਿੱਤਾਂ ਰਾਹੀਂ ਇਹ ਉਪਦੇਸ਼ ਪਾਵਨ ਬਾਣੀ ਦੇ ਵਿੱਚ ਸਾਨੂੰ ਦਿੱਤਾ ਹੈ, ਉੱਥੇ ਨਾਮ ਦੀ ਮਹਿਮਾ ਗਾਈ ਹੈ ਕਿ ਬੰਦਿਆ, ਜੇ ਸੁੱਖ ਦੀ ਇੱਛਾ ਹੈ ਤੇ ਮਾਲਕ ਦੇ ਚਰਨਾਂ ਦੇ ਵਿੱਚ ਜਾ, ਤੇ ਤੇਰਾ ਭਲਾ ਹੋ ਜਾਏਗਾ। ਕਿਸੇ ਵੀ ਪਦਵੀ ਨੂੰ ਪ੍ਰਾਪਤ ਹੋਣਾ ਚਾਹੁੰਦਾ ਹੈ ਤੇ ਰੱਬੀ ਨਾਮ ਜਪ। ਸਾਧ ਸੰਗਤ, ਗੁਰਬਾਣੀ ਵਿਚਾਰ ਕਰਦਿਆਂ ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਬਖਸ਼ ਲੈਣ, ਅਸੀਸ ਦਿਓ। ਸ਼ਬਦ ਵਿਚਾਰ ਕਰਨ ਦੀ ਮਹਾਰਾਜ ਅਗਾਂਹ ਵਾਸਤੇ ਸਮੱਤ ਬਖਸ਼ਣ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤਹਿ ਦਿਲੋਂ ਧੰਨਵਾਦ, ਜਿਨ੍ਹਾਂ ਨੇ ਆਪ ਜੀ ਦੀ ਸੇਵਾ ਦਾ ਮੌਕਾ ਬਖਸ਼ਿਆ। ਸਾਡੇ ਅਤੀ ਸਤਿਕਾਰਯੋਗ ਗਿਆਨੀ ਹਰਨਾਮ ਸਿੰਘ ਜੀ ਖਾਲਸਾ, ਹੈੱਡ ਗ੍ਰੰਥੀ ਸਾਹਿਬਾਨ, ਉਹਨਾਂ ਦਾ, ਸਾਰੇ ਗੁਰੂ ਘਰ ਦੇ ਸੇਵਕਾਂ ਦਾ, ਸੰਗਤ